ਧੰਨ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਗੁਰ ਸਿੱਖ ਮੀਤ ਚਲੋ ਗੁਰ ਚਾਲੀ, ਜੋ ਗੁਰ ਕਹੈ ਸੋਈ ਭਲ ਮਾਨੋ। आओ गुरु के प्यारे कोशिश करिए जो सच्चे पातशाह जी कहते हैं उन्होंने भला करके मनण लई कोशिश करिए, मनण दा यतन करिए। साहिबां दी पावन पवित्र बाणी साडी जिंदगी जिउण दा खजाना है। जिवें संसारिक पक्ष ते ਅਸੀਂ ਦੁਨਿਆਵੀ ਖਜ਼ਾਨੇ ਨਾਲ ਸਾਂਝ ਰੱਖਦੇ ਹਾਂ, ਇਸੇ ਤਰ੍ਹਾਂ ਸਤਿਗੁਰਾਂ ਦੀ ਬਾਣੀ ਸਾਨੂੰ ਆਤਮਿਕ ਤੌਰ 'ਤੇ ਜਿਉਂਦਿਆਂ ਰੱਖਦੀ ਹੈ, ਸਾਨੂੰ ਆਤਮਿਕ ਸੂਝ-ਬੂਝ ਨਾਲ ਜੋੜਦੀ ਹੈ, ਸਾਡੀ ਜ਼ਿੰਦਗੀ ਦੇ ਅੰਦਰੋਂ ਭਰਮ ਭੁਲੇਖੇ ਕਰਮ ਕਾਂਡ ਦੂਰ ਕਰਦੀ ਹੈ। पर हाँ, लोड़ है गुरु ग्रंथ साहब जी की बाणी नूं सुन के समझ के जिंदगी दे अंदर लागू करन दी। सुनी बहुत जा रही है, समझी बहुत जा रही है, समझाई बहुत जा रही है। जे असीं किते फेल हो रहे हाँ तो फेल हो रहे हाँ लागू करन विच। अज दा युग है, तुसीं इंटरनेट के माध्यम नाल हर तरह की जानकारी गुरु ग्रंथ साहब जी की बाणी प्रति, इसकी व्याख्या, इसकी समझ बहुत सारे वीर भैणां ने काम कीते ने। इहदे ते समझ रखण वाले समझ लै सकते हैं, पर जदों किते असीं बाणी नूं ध्यान नाल वेखदे हाँ, पढ़दे हाँ, फिर असीं अपने जीवन विच झात मारदे हाँ ते मुश्किल है जिंदगी जीउण विच। बहुत घट संसारिक पद्धर ते बंदे गुरु ग्रंथ साहब जी की बाणी नूं समझ के जिंदगी दे अंदर लागू करन दी कोशिश करते हैं, स्वाओ यतन करते हैं। जो गुर कहे सोई भल मानो, जो गुरु कहंदा है उन्होंने भला करके मन। हाँ, ये गल भी तेरे भले दी है। हर हर कथा निराली। आओ रल के अज दे विचार अधीन पावन शब्द का पाठ करते हैं। जो गुर कहे सोई भल मानो, हर हर कथा निराली। धन वाहिगुरू साहिब जी। प्रभाती महला पहला दखणी। गौतम तपा अहिल्या नारी, तिस देख इंद्र लुभाया। साहस शरीर साहस शरीर चिन्ह पग हुए। ता मन पछोताया, कोई जान ना भूलै पाई। सो भूलै जिस आप भुलाए, बूझै जिसै बुझाई। कोई जान ना भूलै पाई, सो भुलै जिस आप भुलाए। बाणी च जदों इस तरह के शब्द आउंदे हन
ਤਾਂ ਅਸੀਂ ਐਂ ਸਮਝਦੇ ਹਾਂ ਵੀ ਦੁਨੀਆ ਦੇ ਅੰਦਰ ਕੋਈ ਵੀ ਬੰਦਾ ਆਪ ਨਹੀਂ ਭੁੱਲਦਾ, ਇਹਨੂੰ ਰੱਬ ਨੇ ਭੁਲਾਇਆ ਹੋਇਆ ਹੈ ਤੇ ਰੱਬ ਭੁਲਾ ਕੇ ਸਾਰੇ ਕਰਮ ਕਰਦਾ। ਨਹੀਂ, ਐਸਾ ਨਹੀਂ ਹੈ। ਬਾਣੀ ਕਾਵ ਰੂਪ ਵਿੱਚ ਹੈ ਤੇ ਕਵਿਤਾ ਦੀ ਸਾਰੀ ਬਣਤਰ ਜਦੋਂ ਅਸੀਂ ਧਿਆਨ ਨਾਲ ਵੇਖਾਂਗੇ ਤਾਂ ਫਿਰ ਸਾਨੂੰ ਇਸ ਗੱਲ ਦੀ ਸਮਝ ਲੱਗੇਗੀ ਵੀ ਅਸਲ ਵਿੱਚ ਗੁਰੂ ਸਾਹਿਬ ਜੀ ਕਹਿਣਾ ਕੀ ਚਾਹੁੰਦੇ ਹਨ। ਇਹ ਜ਼ਰੂਰ ਧਿਆਨ ਵਿੱਚ ਰੱਖਿਓ। ਸਾਡੇ ਜ਼ਿਹਨ ਵਿੱਚ, ਸਾਡੀ ਸੋਚ ਵਿੱਚ, ਸਾਡੇ ਦਿਮਾਗ ਵਿੱਚ ਇਹ ਗੱਲ ਇੱਦਾਂ ਪਾ ਦਿੱਤੀ ਗਈ ਵੀ ਰੱਬ ਜਿਹਨੂੰ ਭੁਲਾਵੇ ਉਹ ਭੁੱਲਦਾ ਹੈ। ਬਹੁਤ ਸਾਰੇ ਬਾਣੀ ਦੇ ਸ਼ਬਦ ਨੇ ਜਿਹੜੇ ਅਸੀਂ ਇਸ ਪ੍ਰਥਾਏ ਵਰਤ ਲੈਂਦੇ ਹਾਂ ਵੀ ਵੇਖੋ ਜੀ ਬੰਦੇ ਦੀ ਕੀ ਮਰਜ਼ੀ ਹੈ, ਬੰਦਾ ਕੁਝ ਸੋਚਦਾ ਤੇ ਹੋ ਕੁਝ ਹੋਰ ਜਾਂਦਾ। ਐਸਾ ਨਹੀਂ ਹੈ। ਜੇ ਇਹ ਗੱਲ ਇਸੇ ਤਰ੍ਹਾਂ ਨਾਲ ਮੰਨਣੀ ਹੈ ਫਿਰ ਧਰਮ ਦਾ ਮਤਲਬ ਨਹੀਂ ਰਹਿ ਜਾਣਾ ਕੋਈ। ਫਿਰ ਤਾਂ ਠੀਕ ਹੈ, ਜਿਵੇਂ ਦੁਨੀਆ ਚੱਲਦੀ ਹੈ, ਜਿਹੜੇ ਭੁੱਲਦੇ ਨੇ ਉਹਨਾਂ ਨੂੰ ਭੁਲਾਇਆ ਵੀ ਰੱਬ ਨੇ ਹੈ, ਜਿਹੜੇ ਠੀਕ ਨੇ ਉਹਨਾਂ ਨੂੰ ਠੀਕ ਵੀ ਰੱਬ ਨੇ ਕੀਤਾ ਹੈ। ਫਿਰ ਸਾਡਾ ਤਾਂ ਰੋਲ ਹੀ ਕੋਈ ਨਹੀਂ। ਫਿਰ ਸਾਨੂੰ ਗੁਰੂ ਸਾਹਿਬ ਕਿਉਂ ਕਹਿੰਦੇ ਆ ਕਰਤੂਤ ਪਸ਼ੂ ਕੀ ਮਾਨਸ ਜਾਤ? ਸਾਡੀ ਥੋੜ੍ਹੀ ਕਰਤੂਤ ਬਣਾਈ ਹੈ, ਤਾਂ ਰੱਬ ਨੇ ਬਣਾਈ ਹੈ ਸਾਡੀ। ਫਿਰ ਨਾਲੇ ਇੱਕ ਬੇਨਤੀ ਹੋਰ ਧਿਆਨ ਨਾਲ ਸਮਝੋ। ਮੈਂ ਹਮੇਸ਼ਾ ਬੇਨਤੀ ਕਰਦਾ ਹੁੰਦਾ ਵੀ ਗੁਰੂ ਗ੍ਰੰਥ ਸਾਹਿਬ 'ਚ ਦੋ ਤਰ੍ਹਾਂ ਦੇ ਖਿਆਲ ਨਹੀਂ ਹਨ। ਇੱਕ ਜਗ੍ਹਾ ਤੇ ਗੁਰੂ ਸਾਹਿਬ ਕਹਿੰਦੇ ਜਿਹਾ ਬੀਜੇ ਸੋ ਲੁੜੈ ਕਰਮਾ ਸੰਧੜਾ ਖੇਤ। ਇੱਕ ਜਗ੍ਹਾ ਤੇ ਗੁਰੂ ਸਾਹਿਬ ਕਹਿੰਦੇ ਵੀ ਸੋ ਭੁੱਲੇ ਜਿਸ ਆਪ ਭੁਲਾਏ, ਵੀ ਅਸੀਂ ਤਾਂ, ਸਾਡੀ ਤਾਂ ਵਾਸੀ ਕੋਈ ਨਹੀਂ ਹੈ। ਨਹੀਂ, ਇਸ ਆਪਾਂ ਅੱਗੇ ਜਾ ਕੇ ਜਦੋਂ ਸ਼ਬਦ ਸਮਝਦੇ ਹਾਂ ਫਿਰ ਇਸ ਬੰਨੇ ਧਿਆਨ ਦਿਆਂਗੇ, ਪਰ ਜ਼ਰੂਰ ਚੇਤੇ ਵਿੱਚ ਰੱਖਿਓ ਇਹਦੇ ਮਤਲਬ ਇਹ ਬਿਲਕੁਲ ਨਹੀਂ ਬਣਦੇ। ਤਿਨ ਹਰੀ ਚੰਦ ਪ੍ਰਿਥਵੀ ਪਤ ਰਾਜੇ ਕਾਗਦ ਕੀਮ ਨ ਪਾਈ। ਔਗੁਣ ਜਾਣੈ ਤਾਂ ਪੁੰਨ ਕਰੇ ਕਿਉਂ ਕਿਉਂ ਨਿਖਾਸ ਬਿਕਾਈ। ਕਰੋਂ ਅਢਾਈ ਧਰਤੀ ਮੰਗੀ 52 ਰੂਪ ਬਹਾਨੇ। ਕਿਉਂ ਪਿਆਲ ਜਾਏ ਕਿਉਂ ਛਲੀਐ ਜੇ ਬਲ ਰੂਪ ਪਛਾਨੈ। ਰਾਜਾ ਜਨਮੇ ਜਾ ਦੇ ਮਤੀ ਬਰਜ ਬਿਆਸ ਪੜਾਇਆ। ਤਿੰਨ ਕਰ ਜਗ 18 ਕਹਾਏ। ਕਿਰਤ ਨ ਚੱਲੈ ਚਲਾਇਆ। ਗਣਤ ਨ ਗਣੀ ਹੁਕਮ ਪਛਾਣਾ। ਬੋਲੀ ਭਾਏ ਸੁਭਾਈ। ਜੋ ਕਿਛ ਵਰਤੈ ਤੁਧੈ ਸਲਾਹੀ। ਸਭ ਤੇਰੀ ਵਡਿਆਈ। ਗੁਰਮੁਖ ਅਲਿਪਤ ਲੇਪ ਕਦੇ ਨਾ ਲਾਗੈ। ਸਦਾ ਰਹੈ ਸ਼ਰਣਾਈ। ਮਨ ਮੁਖ ਮੁਗਧ ਆਗੈ ਚੇਤੈ ਨਾਹੀ। ਦੁਖ ਲਾਗੈ ਪਛੁਤਾਈ। ਆਪੇ ਕਰੇ ਕਰਾਏ ਕਰਤਾ। ਜਿਨ ਇਹ ਰਚਨਾ ਰਚੀਐ। ਹਾਰ ਅਭਿਮਾਨ ਨ ਜਾਈ ਜੀਉ। ਅਭਿਮਾਨੈ ਪੈ ਪਚੀਐ। ਭੁੱਲਣ ਵਿੱਚ ਕੀਆ ਸਭ ਕੋਈ। ਕਰਤਾ ਆਪ ਨ ਭੁੱਲੈ। ਫਿਰ ਸਮਝਿਓ ਹੁਣ ਰਹਾਉ ਵਾਲੇ ਬੰਦ ਨੂੰ ਔਰ ਇਹਨਾਂ ਪੰਕਤੀਆਂ ਨੂੰ ਜੋੜ ਕੇ ਵੇਖਿਓ। ਭੁੱਲਣ ਵਿੱਚ ਕੀਆ ਸਭ ਕੋਈ। ਕਰਤਾ ਆਪ ਨ ਭੁੱਲੈ। ਨਾਨਕ ਸਚ ਨਾਮ ਨਿਸਤਾਰਾ। ਕੋ ਗੁਰ ਪ੍ਰਸਾਦ ਅਕੁਲੈ। ਨਾਨਕ ਸਚ ਨਾਮ ਨਿਸਤਾਰਾ। ਕੋ ਗੁਰ ਪ੍ਰਸਾਦ ਅਕੁਲੈ। ਦੀਨ ਦੁਨੀ ਦੇ ਮਾਲਕ ਹਲਤ ਪਲਤ ਸਵਾਰ ਦੇਣ ਹਾਰ ਸੱਚੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਮੁਬਾਰਕ ਚਰਨਾਂ 'ਚ ਸੱਜ ਬੈਠੇ ਗੁਰੂ ਪਿਆਰ ਵਾਲਿਓ, ਜਿੱਥੇ ਪਿਆਰ ਸਹਿਤ ਗੁਰੂ ਕੇ ਸਵਾਰਿਆਂ ਪਾਸੋਂ ਹਰੀ ਜਸ ਕੀਰਤਨ ਸ਼ਰਵਣ ਕਰ ਰਹੇ ਸਾਂ। ਆਓ ਚੰਦ ਘੜੀਆਂ ਸਾਹਿਬਾਂ ਦੀ ਵਿਚਾਰ ਨਾਲ ਜੁੜਦੇ ਹਾਂ। ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਗੁਰੂ ਬਖਸ਼ਿਸ਼ ਦੁਹਰਾਓ। ਪਿਆਰ ਨਾਲ ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਲੜੀਵਾਰ ਪ੍ਰਭਾਤੀ ਰਾਗ ਅੰਦਰ ਉਚਾਰਨ ਕੀਤੇ ਪਾਵਨ ਸ਼ਬਦ ਅਸ਼ਟਪਦੀਆਂ ਦੇ ਰੂਪ ਵਿੱਚ ਗੁਰਦੇਵ ਪਿਤਾ ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਸਿੱਖ ਪੰਥ ਦੇ ਬਾਨੀ, ਤਿੰਨਾਂ ਦੀ ਬਾਣੀ ਅਸੀਂ ਲਗਭਗ ਵਿਚਾਰਨ ਦੀ ਕੋਸ਼ਿਸ਼ ਕਰਦੇ ਹਾਂ। ਅੱਜ 4 ਨੰਬਰ ਅਸ਼ਟਪਦੀ ਤੇ ਇਸ ਦਾ ਪਾਠ ਅਸੀਂ ਸਾਰੇ ਰਲ ਮਿਲ ਕੇ ਕਰ ਰਹੇ ਸਾਂ। ਇਸ ਦੀ ਵਿਚਾਰ ਸੱਚੇ ਪਾਤਸ਼ਾਹ ਜੀ ਦੇ ਨਾਲ ਜੇ ਅਸੀਂ ਸੁਰਤ ਜੋੜ ਕੇ ਕਰਾਂਗੇ ਤੇ ਸਾਨੂੰ ਸੌਖੀ ਸਮਝ ਲੱਗੇਗੀ। ਮੈਂ ਕੋਸ਼ਿਸ਼ ਕਰਾਂਗਾ ਇਸ ਪਾਵਨ ਅਸ਼ਟਪਦੀ ਦੀ ਵਿਚਾਰ ਸਿਰਫ ਅਸ਼ਟਪਦੀ ਵਿੱਚ ਰਹਿ ਕੇ ਕੀਤੀ ਜਾਏ। ਕੁਝ ਵਿਸ਼ੇ ਇਸ ਤਰ੍ਹਾਂ ਦੇ ਹਨ ਜਿਹੜੇ ਸਾਨੂੰ ਬਹੁਤ ਧਿਆਨ ਮੰਗਦੇ ਨੇ। ਬਾਣੀ 'ਚ ਕੁਝ ਪ੍ਰਕਰਣ ਐਸੇ ਨੇ ਜਿਹੜੇ ਤੁਹਾਡਾ ਬਹੁਤ ਧਿਆਨ ਕੇਂਦਰਿਤ ਕਰਦੇ ਨੇ। ਜੇ ਤੁਸੀਂ ਥੋੜ੍ਹਾ ਜਿਹਾ ਵੀ ਧਿਆਨ ਇੱਧਰ ਉੱਧਰ ਖੜੋਗੇ, ਇੱਕ ਅੱਧੀ ਗੱਲ ਵੀ ਵਿੱਚੋਂ ਮਿਸ ਹੋ ਗਈ ਤੇ ਅਸੀਂ ਵਿਸ਼ੇ ਨਾਲ ਜਾਂ ਪ੍ਰਕਰਣ ਨਾਲ ਜਿਹੜਾ ਇਨਸਾਫ ਨਹੀਂ ਹੋਣਾ। ਵੈਸੇ ਵੀ ਕਿਸੇ ਵੀ ਸਮਝ ਦੀ ਗੱਲ ਹੋਵੇ ਤਾਂ ਸਾਨੂੰ ਧਿਆਨ ਚਾਹੀਦਾ ਹੁੰਦਾ, ਤੇ ਖਾਸ ਕਰ ਜਦੋਂ ਬਾਣੀ ਸਮਝਣੀ ਹੋਵੇ ਫਿਰ ਤਾਂ ਸਾਨੂੰ ਬਹੁਤਾ ਧਿਆਨ ਇਕਾਗਰ ਚਿੱਤ ਕਰਨਾ ਪੈਂਦਾ। ਤਾਂ ਹੀ ਬਾਣੀ ਦੀ ਵਿਆਖਿਆ ਜਾਂ ਬਾਣੀ ਦੀ ਸਮਝ ਬੰਦੇ ਘੱਟ ਰੱਖਦੇ ਨੇ, ਕਿਉਂਕਿ ਇੱਥੇ ਅਸੀਂ ਇਕਾਗਰ ਚਿੱਤ ਨਹੀਂ ਹੁੰਦੇ। ਅਸੀਂ ਸ਼ਬਦ ਸੁਣਦੇ ਹੁੰਦੇ ਹਾਂ, ਸ਼ਬਦਾਂ ਦੀ ਬਣਤਰ, ਉਹਦੇ ਵਿੱਚੋਂ ਮਿਲਦਾ ਸੁਨੇਹਾ ਅਸੀਂ ਧਿਆਨ ਨਾਲ ਨਹੀਂ ਵੇਖਦੇ। ਖੈਰ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ। ਅਸ਼ਟਪਦੀਆਂ ਵਿਚਾਰ ਅਧੀਨ ਹਨ। ਅਸੀਂ ਜਾਣਦੇ ਹਾਂ ਹਰ ਸ਼ਬਦ ਦਾ ਰਹਾਉ ਵਾਲਾ ਬੰਦ ਉਹਦਾ ਕੇਂਦਰੀ ਖਿਆਲ ਹੋਇਆ ਕਰਦਾ। ਅੱਜ ਦੀ ਇਸ ਪਾਵਨ ਅਸ਼ਟਪਦੀ ਜਿਸ ਵਿੱਚ ਰਹਾਉ ਵਾਲੇ ਬੰਦ ਅੰਦਰ ਗੁਰੂ ਨਾਨਕ ਪਿਤਾ ਜੀ ਕਹਿੰਦੇ, ਕੋਈ ਜਾਣ ਨਾ ਭੁੱਲੈ ਭਾਈ, ਕੋਈ ਜਾਣ ਨਾ ਭੁੱਲੈ ਭਾਈ, ਕੋਈ ਜਾਣ ਕੇ ਨਹੀਂ ਭੁੱਲਦਾ। ਸੋ ਭੁੱਲੈ ਜਿਸ ਆਪ ਭੁਲਾਏ, ਬੁੱਝੈ ਤਿਸੈ ਬੁਝਾਈ। ਉਹਨੂੰ ਹੀ ਸਮਝ ਲੱਗੇਗੀ ਜਿਹਨੂੰ ਪ੍ਰਮਾਤਮਾ ਸਮਝ ਦੇਵੇਗਾ ਤੇ ਜਿਹੜਾ ਇਸ ਨੂੰ ਬੁੱਝਣਾ ਚਾਹੇਗਾ। ਹੁਣ ਇੱਕ ਨੁਕਤਾ ਜੇ ਧਿਆਨ ਨਾਲ ਸਮਝ ਲੋਗੇ ਤੇ ਬਹੁਤ ਸੌਖਾ ਸਮਝ ਲੱਗੂ। ਕੋਈ ਜਾਣ ਕੇ ਨਹੀਂ ਭੁੱਲਦਾ, ਰਹਾਉ ਵਾਲੀਆਂ ਪਹਿਲੀਆਂ ਪੰਕਤੀਆਂ। ਜਾਣ ਕੇ ਨਾ ਭੁੱਲਣ ਦਾ ਅਰਥ ਹੈ ਵੀ ਕੋਈ ਵੀ ਮਨੁੱਖ ਐਸਾ ਨਹੀਂ ਜਿਹਨੂੰ ਇਹ ਨਾ ਪਤਾ ਹੋਵੇ ਵੀ ਠੀਕ ਜਾਂ ਗਲਤ ਕੀ ਹੈ। ਐਸਾ ਕੋਈ ਦੁਨੀਆ 'ਚ ਬੰਦਾ ਨਹੀਂ ਹੈ। ਚੋਰ ਨੂੰ ਪੁੱਛੋ ਚੋਰੀ ਚੰਗੀ ਗੱਲ ਹੈ ਕਿ ਮਾੜੀ ਗੱਲ ਹੈ, ਉਹਦਾ ਜਵਾਬ ਇਹੀ ਹੋਏਗਾ ਵੀ ਮਾੜੀ ਗੱਲ ਹੈ। ਬੇਸ਼ੱਕ ਉਹ ਕਰਦਾ ਹੈ। ਕਿਸੇ ਨਸ਼ਾ ਕਰਨ ਵਾਲੇ ਨਾਲ ਗੱਲ ਕਰੋ ਵੀ ਨਸ਼ਾ ਕਰਨਾ ਚੰਗੀ ਗੱਲ ਹੈ ਕਿ ਮਾੜੀ ਗੱਲ ਹੈ, ਉਹ ਕਹੇਗਾ ਮਾੜੀ ਗੱਲ ਹੈ, ਬੇਸ਼ੱਕ ਉਹ ਨਸ਼ਾ ਕਰਦਾ ਹੋਵੇ। ਤੁਸੀਂ ਦੁਨੀਆ ਦੇ ਕਿਸੇ ਵੀ ਬੰਦੇ ਨੂੰ ਕਿਸੇ ਮਾੜੀ ਤੇ ਚੰਗੀ ਚੀਜ਼ ਬਾਰੇ ਪੁੱਛੋਗੇ ਨਾ, ਉਹਦਾ ਜਵਾਬ ਇਹੀ ਹੋਏਗਾ ਵੀ ਮਾੜੀ ਹੈ। ਹਾਂ, ਇਹ ਗੱਲ ਵੱਖਰੀ ਹੈ ਵੀ ਉਹ ਕਾਰਜ ਕਰਦਾ ਜਾਂ ਨਹੀਂ ਕਰਦਾ। ਝੂਠ ਬੋਲਣਾ ਚੰਗਾ ਕਿ ਮਾੜਾ, ਕਿਸੇ ਨੂੰ ਵੀ ਪੁੱਛੋ ਹਰੇਕ ਨੇ ਇਹੀ ਕਹਿਣਾ ਮਾੜਾ ਹੈ। ਪਰ ਨਾਲ ਇਹ ਸਵਾਲ ਵੀ ਹੋਣਾ ਚਾਹੀਦਾ ਵੀ ਕੀ ਤੂੰ ਜ਼ਿੰਦਗੀ 'ਚ ਕਦੀ ਝੂਠ ਨਹੀਂ ਬੋਲਦਾ? ਉਹ ਕਹਿੰਦਾ ਝੂਠ ਤੋਂ ਬਿਨਾਂ ਗੁਜ਼ਾਰਾ ਨਹੀਂ ਹੁੰਦਾ। ਸੋ ਇਹਦਾ ਮਤਲਬ ਹੈ ਵੀ ਜਾਣ ਕੇ ਭੁੱਲਦਾ ਆ, ਪਤਾ ਇਹਨੂੰ ਸਾਰਾ ਆ, ਜਾਣਦਾ ਸਭ ਹੈ, ਪਰ ਬਾਵਜੂਦ ਇਸ ਦੇ ਸਮਝ ਨੂੰ ਪਿੱਛੇ ਰੱਖ ਕੇ ਅਗਿਆਨਤਾ ਵਸ ਬੇਸਮਝੀ ਵਿੱਚ ਬੰਦਾ ਉਹ ਕੰਮ ਕਰਦਾ ਜਿਹੜੇ ਇਹਨੂੰ ਕਰਨੇ ਨਹੀਂ ਚਾਹੀਦੇ। ਜਿਹੜਾ ਆਪ ਭੁੱਲਣਾ ਆ ਨਾ, ਪ੍ਰਮਾਤਮਾ ਸਾਡੇ ਤੋਂ ਬਾਹਰ ਬੈਠਾ ਹੀ ਨਹੀਂ ਕਿਤੇ। ਗੁਰਮਤ ਨੇ ਪ੍ਰਮਾਤਮਾ ਦੀ ਪਰਿਭਾਸ਼ਾ ਸਾਡੇ ਅੰਦਰ ਹੀ ਦਿੱਤੀ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜਦੋਂ ਰੱਬ ਦੀ ਗੱਲ ਕਰਦੇ ਆ ਨਾ, ਪ੍ਰਮਾਤਮਾ ਦੀ ਗੱਲ ਕਰਦੇ ਆ, ਅਕਾਲ ਪੁਰਖ ਵਾਹਿਗੁਰੂ ਦੀ ਗੱਲ ਕਰਦੇ ਆ, ਉਹ ਕਿੱਥੇ ਵਸਿਆ ਦੱਸਦੇ ਨੇ। ਪ੍ਰਮਾਤਮਾ ਕਿੱਥੇ ਰਹਿੰਦਾ ਆ? ਸਭੇ ਘਟ ਰਾਮ ਬੋਲੇ ਕਹਿੰਦੇ ਆ ਗੁਰੂ ਸਾਹਿਬ ਜੀ। ਹਰ ਹਿਰਦੇ 'ਚ ਰੱਬ ਵਸਦਾ। ਤੇ ਕਿਹੜਾ ਬੰਦਾ ਆ ਜਿਹੜਾ ਆਪਣੇ ਆਪ ਦੀ ਸਮਝ ਨਹੀਂ ਰੱਖਦਾ ਜਾਂ ਆਪਣੇ ਆਪ ਦਾ ਉਹਨੂੰ ਪਤਾ ਨਹੀਂ। ਇਸ ਕਰਕੇ ਜਦੋਂ ਵੀ ਗੁਰੂ ਸਾਹਿਬ ਜੀ ਦਾ ਇਸ ਤਰ੍ਹਾਂ ਦਾ ਪ੍ਰਕਰਣ ਜਾਂ ਇਸ ਤਰ੍ਹਾਂ ਦੇ ਸ਼ਬਦ ਆਉਂਦੇ ਨੇ, ਉਹਦਾ ਮਤਲਬ ਇਹ ਹੁੰਦਾ ਵੀ ਦੁਨੀਆ 'ਚ ਕੁਝ ਅਚਨਚੇਤ ਨਹੀਂ ਵਾਪਰ ਰਿਹਾ, ਕੋਈ ਅਚਾਨਕ ਨਹੀਂ ਹੋ ਰਿਹਾ, ਸਭ ਕੁਝ ਜਾਣ ਬੁੱਝ ਕੇ ਹੋ ਰਿਹਾ ਹੈ, ਪਤਾ ਸਾਰਾ ਆ। ਪਰ ਇਹਦੇ ਬਾਵਜੂਦ ਵੀ ਬੰਦਾ ਆਪਣੀ ਮਰਜ਼ੀ ਦੇ ਅੰਦਰ ਆਪਣੇ ਮਨ ਦੀ ਮੱਤ ਦੇ ਵਿੱਚ ਗੁਰਮਤ ਦਾ ਪ੍ਰਵੇਸ਼ ਨਾ ਕਰਕੇ ਮਨ ਦੀਆਂ ਮਰਜ਼ੀਆਂ ਕਰਦਾ। ਹਾਂ, ਉਹਦੀ ਜ਼ਿੰਮੇਵਾਰੀ ਖੁਦ ਨਹੀਂ ਲੈਣਾ ਚਾਹੁੰਦਾ। ਅਸੀਂ ਸਾਰੇ ਉਸ ਜ਼ਿੰਮੇਵਾਰੀ ਤੋਂ ਭੱਜਦੇ ਹਾਂ। ਅਸੀਂ ਕਹਿੰਦੇ ਹਾਂ ਵੀ ਐਂ ਹੀ ਲਿਖਿਆ ਮੇਰੇ ਕਰਮਾਂ 'ਚ। ਨਹੀਂ, ਐਂ ਨਹੀਂ ਲਿਖਿਆ। ਤੇਰੀ ਕਿਸਮਤ ਦਾ, ਤੇਰੇ ਕਰਮਾਂ ਦਾ ਲਿਖਣਾ, ਦੋਵੇਂ ਚੀਜ਼ਾਂ ਤੇਰੇ ਹੱਥ ਵਿੱਚ ਨੇ। ਜਪਜੀ ਸਾਹਿਬ ਵਿੱਚ ਥੋੜ੍ਹਾ ਜਿਹਾ ਧਿਆਨ ਖੜੋਗੇ ਸ਼ਾਇਦ ਗੱਲ ਸਮਝ ਸੌਖੀ ਪੈ ਜਾਏ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਘੜੀਏ ਸ਼ਬਦ ਸੱਚੀ ਟਕਸਾਲ। ਘੜਨਾ ਪੈਂਦਾ ਗੁਰੂ ਦੀ ਸ਼ਬਦ ਰੂਪੀ ਟਕਸਾਲ ਵਿੱਚ ਬਹਿ ਕੇ ਆਪਣੇ ਆਪ ਨੂੰ।
ਜਿਹਨੂੰ ਸ਼ਬਦ ਰਾਹੀਂ ਘੜਨਾ ਆ ਗਿਆ ਉਹ ਕਦੀ ਨਹੀਂ ਭੁੱਲੇਗਾ, ਉਹ ਕਦੀ ਗਲਤੀ ਨਹੀਂ ਕਰੇਗਾ, ਉਹਦੇ 'ਚ ਕਦੀ ਵੀ ਗੁੰਮਰਾਹ ਹੋਣ ਦੀ ਗੁੰਜਾਇਸ਼ ਨਹੀਂ ਹੋਏਗੀ। ਤੇ ਜਿਹੜੇ ਸ਼ਬਦ ਬਾਣੀ ਵਿੱਚੋਂ ਸਾਨੂੰ ਐਂ ਲੱਗਦਾ ਨਾ ਵੀ ਰੱਬ ਨੇ ਭੁਲਾਇਆ ਆ, ਸਾਨੂੰ ਭੁਲੇਖਾ ਰੱਬ ਨੇ ਪਾਇਆ, ਉਹ ਸਾਰੇ ਸ਼ਬਦ ਜਿਹੜੇ, ਜਿਵੇਂ ਇੱਕ ਸ਼ਬਦ ਅਸੀਂ ਬਹੁਤ ਪ੍ਰਚਲਿਤ ਹੈ, ਅਸੀਂ ਕਹਿੰਦੇ ਹੁੰਦੇ ਮਤਾ ਕਰੇ ਪੱਛਮ ਕੇ ਤਾਂ ਹੀ ਪੂਰਬ ਹੀ ਲੈ ਜਾਤ। ਸਲਾਹ ਬੰਦੇ ਨੇ ਕੀਤੀ ਸੀ ਪੱਛਮ ਨੂੰ ਜਾਣ ਦੀ ਤੇ ਰੱਬ ਉਹਨਾਂ ਨੂੰ ਪੂਰਬ ਵਾਲੇ ਬੰਨੇ ਲੈ ਕੇ, ਨਹੀਂ, ਮਤਾ ਕਰਦਾ ਪੂਰਬ ਵਾਲੇ ਬੰਨੇ, ਪੱਛਮ ਵਾਲੇ ਬੰਨੇ ਜਾਣ ਦਾ, ਪਰ ਜਿਹੜੇ ਸੰਸਕਾਰ ਨੇ ਉਹਨੂੰ ਪੂਰਬ ਵਾਲੇ ਬੰਨੇ ਲੈ ਜਾਂਦੇ ਆ, ਕਿਉਂਕਿ ਸਲਾਹਾਂ ਤੇ ਗੁਰੂ ਕੋਲੋਂ ਲੈਂਦਾ ਪਰ ਅਮਲ ਗੁਰੂ ਦੀ ਬਾਣੀ ਤੇ ਨਹੀਂ ਕਰਦਾ। ਸਲਾਹ ਨਾਲ ਨਹੀਂ ਹੋਣਾ। ਮੰਨ ਲਓ ਕੋਈ ਬੰਦਾ ਸਲਾਹ ਕਰਦਾ ਵੀ ਮੈਂ ਸਵੇਰੇ ਤੜਕੇ 3 ਵਜੇ ਉੱਠ ਕੇ ਸੈਰ ਤੇ ਜਾਣਾ, ਹੋ ਗਈ ਸਲਾਹ, ਪਰ ਹੁਣ ਸਵੇਰੇ ਉੱਠੇ ਕੌਣ? ਹੁਣ ਚੁੱਕ ਕੇ ਕੌਣ ਲੈ ਜੇ ਸੈਰ ਕਰਨ ਲਈ? ਕਈ ਬੰਦੇ ਨਾ ਸ਼ਾਮ ਨੂੰ ਏਦਾਂ ਸਲਾਹ ਕਰਕੇ ਵੀ ਸਵੇਰੇ ਜੋ ਮਰਜ਼ੀ ਹੋ ਜਾਏ ਆਪਾਂ 4 ਵਜੇ ਉੱਠ ਕੇ ਜ਼ਰੂਰ ਵਾਕ ਕਰਨ ਜਾਣਾ, ਕਰ ਲਈ ਸਲਾਹ ਸ਼ਾਮ ਨੂੰ, ਪਰ ਉੱਠੇ ਕੌਣ ਹੁਣ ਸਵੇਰੇ? ਤੇ ਉੱਠਿਆ ਆਪ ਨਹੀਂ, ਫਿਰ ਪਤਾ ਕਹਿੰਦਾ ਬਸ ਰੱਬ ਦੀ ਮਰਜ਼ੀ ਨਹੀਂ, ਰੱਬ ਚਾਹੁੰਦਾ ਹੀ ਨਹੀਂ ਮੈਂ ਵਾਕ ਕਰਾਂ। ਵੀ ਰੱਬ ਨੂੰ ਕੀ ਇਹਦੇ ਨਾਲ ਫਰਕ ਪੈਂਦਾ? ਤੇਰੀ ਵਾਕ ਕਰਨ ਨਾਲ, ਤੇਰੇ ਨਾ ਕਰਨ ਨਾਲ ਰੱਬ ਨੂੰ ਕੋਈ ਫਰਕ ਪੈਂਦਾ? ਤੇਰਾ ਆਲਸ, ਤੇਰਾ ਦਲਿੱਦਰ, ਤੇਰੀ ਨੀਅਤ ਮਾੜੀ ਹੋ ਗਈ, ਸਵੇਰੇ ਤੇਰਾ ਉੱਠਣ ਨੂੰ ਜੀ ਨਹੀਂ ਕੀਤਾ, ਪਰ ਤੂੰ ਉੱਠ ਕੇ ਇਹ ਮੰਨਣ ਦੀ ਬਜਾਏ ਵੀ ਮੈਂ ਸਵੇਰੇ ਢੀਠ ਹੋ ਗਿਆ, ਉੱਠ ਅਲਾਰਮ ਵੀ ਵੱਜ ਗਿਆ, ਬੰਦ ਕਰਕੇ ਫਿਰ ਸੌਂ ਗਿਆ, ਪਰ ਗਲਤੀ ਕਿਹਦੀ ਕੱਢੇਗਾ? ਰੱਬ ਦੀ। ਠੀਕ ਇਸੇ ਤਰ੍ਹਾਂ ਹਾਂ, ਹੁਣ ਸਲਾਹ ਕਰ ਲਈ ਸ਼ਾਮ ਨੂੰ ਵੀ ਸਵੇਰੇ ਸੈਰ ਤੇ ਜਾਣਾ, ਫਿਰ ਸਵੇਰੇ ਉੱਠ, ਕਰ ਮਿਹਨਤ, ਛੱਡ ਮੋਹ ਬਿਸਤਰੇ ਦਾ, ਤਿਆਗ ਨੀਂਦ, ਪਰੇ ਮਾਰ ਵਗਾ ਕੇ ਬਿਸਤਰਾ, ਉੱਠ ਕੇ ਤੁਰ। ਹੁਣ ਤੁਰਨਾ ਤੈਨੂੰ ਪੈਣਾ, ਸਲਾਹ ਨੇ ਨਹੀਂ ਤੁਰਨਾ। ਕੋਈ ਬੰਦਾ ਐਂ ਸਲਾਹ ਕਰ ਲੈ ਵੀ ਆਪਾਂ ਨਾ ਬਿਜ਼ਨਸ ਚਲਾਉਣਾ, ਆਪਾਂ ਕਾਰੋਬਾਰ ਚਲਾਉਣਾ, ਸ਼ਾਮ ਨੂੰ ਸਲਾਹ ਕਰਕੇ ਪੈ ਜਾਏ ਰੋਜ਼, ਉਹਦੇ ਲਈ ਐਕਸ਼ਨ ਤਾਂ ਲੈਣਾ ਪਏਗਾ ਨਾ, ਕੰਮ ਤਾਂ ਕਰਨਾ ਪਊ ਨਾ ਉਹਦੇ ਲਈ। ਅਸੀਂ ਇਹ ਸਿਰਫ ਸਲਾਹਾਂ ਕਰਦੇ ਹਾਂ। ਗੁਰੂ ਸਾਹਿਬ ਜੀ ਦੀ ਜਪਜੀ ਸਾਹਿਬ ਦੀ ਬਾਣੀ ਪੜ੍ਹੀ ਤੇ ਸਲਾਹ ਕੀਤੀ, ਗੁਰੂ ਸਾਹਿਬ ਜੀ ਕਿਵੇਂ ਅਸੀਂ ਆਪਣੀ ਜ਼ਿੰਦਗੀ 'ਚ ਸਲਾਹ ਹੀ ਹੈ ਨਾ ਬਸ, ਜੇ ਅਸੀਂ ਸਿਰਫ ਉਹਨੂੰ ਅਮਲ ਵਿੱਚ ਨਹੀਂ ਲਿਆ ਪਾ ਰਹੇ, ਪੜ੍ਹ ਇਹ ਸਲਾਹ ਹੈ। ਸਲਾਹ ਕਰਨ ਤੋਂ ਬਾਅਦ ਉਹ ਜਿਹੜਾ ਐਕਸ਼ਨ ਲੈਣਾ ਹੈ ਨਾ, ਜਿਹੜੀ ਐਕਟੀਵਿਟੀ ਹੈ ਸਾਡੀ, ਉਹ ਜ਼ਰੂਰੀ ਹੈ। ਕੋਈ ਬੰਦਾ ਐਂ ਸਲਾਹ ਕਰ ਲੈ ਵੀ ਮੈਂ 6 ਮਹੀਨਿਆਂ ਦੇ ਵਿੱਚ ਆਪਣਾ ਭਾਰ ਘਟਾਉਣਾ, ਪਰ ਖੁਰਾਕ ਘਟਾਵੇ ਨਾ। ਆਪਾਂ ਉਦਾਹਰਣ ਦਿੱਤੀ ਸੀ ਨਾ ਇੱਕ ਵਾਰ ਪਿਛਲੇ ਦਿਨੀ ਵੀ ਬੰਦੇ ਦਾ ਭਾਰ ਬਹੁਤ ਵੱਧ ਗਿਆ, ਡਾਕਟਰ ਕੋਲ ਚਲਾ ਗਿਆ, ਕਹਿੰਦਾ ਜੀ ਭਾਰ ਕਿਵੇਂ ਘਟੂ? ਕਹਿੰਦਾ ਵੀ ਰੋਟੀਆਂ ਕਿੰਨੀਆਂ ਖਾਂਦਾ? ਕਹਿੰਦਾ 16। ਮੈਂ ਉਦਾਹਰਣ ਰਿਪੀਟ ਕਰਦਾ। ਉਹ ਕਹਿੰਦਾ ਤੂੰ 8 ਰੋਟੀਆਂ ਖਾਇਆ ਕਰ, ਭਾਰ ਘਟ ਜੂ। ਉਹ ਕਈ ਦਿਨ 8 ਖਾਂਦਾ ਰਿਹਾ, ਫਿਰ ਭਾਰ ਤੋਲਿਆ ਉਨਾ ਹੀ ਸੀ। ਫਿਰ ਉਹ ਕਹਿੰਦਾ ਵੀ 4 ਖਾਇਆ ਕਰ, ਕਈ ਦਿਨ ਫਿਰ 4 ਰੋਟੀਆਂ ਖਾਂਦਾ ਰਿਹਾ, ਫਿਰ ਭਾਰ ਤੋਲਿਆ ਉਨਾ ਹੀ ਸੀ। ਫਿਰ ਉਹ 2 ਰੋਟੀਆਂ ਖਾਣ ਲੱਗ ਪਿਆ, ਕਈ ਦਿਨ ਤੱਕ 2 ਰੋਟੀਆਂ ਖਾਂਦਾ ਰਿਹਾ, ਭਾਰ ਫਿਰ ਓਨੇ ਦਾ ਉਨਾ ਹੀ ਸੀ। ਡਾਕਟਰ ਕਹਿੰਦਾ ਵੀ ਇੰਜ ਕਰ, ਅੱਜ ਤੋਂ ਬਾਅਦ ਇੱਕੋ ਰੋਟੀ ਖਾਇਆ ਕਰ। ਕਹਿੰਦਾ ਸੌਰੀ, 1 ਨਹੀਂ ਖਾ ਸਕਦਾ। ਉਹ ਕਹਿੰਦਾ ਕਮਾਲ ਹੈ, ਤੂੰ 8 ਖਾਂਦਾ ਸੀ, 8 ਤੋਂ 2 ਤੇ ਆ ਗਿਆ, ਕੋਈ ਪ੍ਰੋਬਲਮ ਨਹੀਂ ਆਈ ਤੈਨੂੰ। 8 ਤੋਂ 4 ਖਾਧੀਆਂ, 4 ਤੋਂ 2 ਖਾਧੀਆਂ, ਪਹਿਲਾਂ 16, ਫਿਰ 8, ਫਿਰ 4, ਫਿਰ 2, ਹੁਣ ਤੇ 2 ਤੋਂ 1 ਤੇ ਆਉਣਾ। ਕਹਿੰਦਾ ਪ੍ਰੋਬਲਮ ਇਹ ਨਹੀਂ ਵੀ 2 ਤੋਂ 1 ਤੇ ਆਉਣਾ, ਪ੍ਰੋਬਲਮ ਇਹ ਹੈ ਵੀ ਜਿੰਨੇ ਆਟੇ ਦੀਆਂ ਮੈਂ 16 ਰੋਟੀਆਂ ਬਣਾਉਂਦਾ ਸੀ, ਇੰਨੇ ਦੀਆਂ ਹੀ ਮੈਂ 8 ਬਣਾ ਲੈਂਦਾ ਸੀ, ਇੰਨੇ ਆਟੇ ਦੀਆਂ ਹੀ ਮੈਂ 4 ਬਣਾ ਲੈਂਦਾ ਸੀ, ਇੰਨੇ ਆਟੇ ਦੀਆਂ ਮੈਂ 2 ਵੀ ਬਣਾ ਲੈਂਦਾ ਰਿਹਾ। ਹੁਣ ਇੰਨੇ ਆਟੇ ਦੀ ਇੱਕੋ ਰੋਟੀ ਬਣੇ, ਇੱਦਾਂ ਤਾਂ ਸਾਡੇ ਘਰ ਪ੍ਰਬੰਧ ਹੀ ਹੈ ਨਹੀਂ, ਐਡੀ ਲੋਹ ਹੀ ਹੈ ਨਹੀਂ ਸਾਡੇ ਘਰ, ਐਡਾ ਵੱਡਾ ਤਵਾ ਨਹੀਂ ਨਾ ਵੀ ਇੰਨੇ ਆਟੇ ਦੀ ਇੱਕੋ ਰੋਟੀ ਬਣ ਜਾਏ। ਹੁਣ ਕਈ ਵਾਰ ਤਰੀਕਾ ਚੇਂਜ ਕਰਦੇ ਹਾਂ ਆਪਾਂ, ਬਦਲਦੇ ਕੁਛ ਨਹੀਂ ਆ, ਸਿਰਫ ਆਟੇ ਨੂੰ ਓਨਾ ਹੀ ਰੱਖਿਆ, ਉਹਦੇ ਤਰੀਕੇ ਬਦਲ ਲਏ। ਠੀਕ ਬੰਦਾ ਕਈ ਵਾਰ ਐਂ ਕਰਦਾ ਹੁੰਦਾ ਵੀ ਮੈਂ ਗੁਰਦੁਆਰੇ ਜਾਣ ਲੱਗ ਪਿਆ ਹੁਣ ਤਾਂ, ਫਿਰ ਵੀ ਗੁਰੂ ਸਾਹਿਬ ਮੇਰੇ ਤੇ ਮਿਹਰ ਨਹੀਂ ਕਰਦੇ। ਜਾਣ ਨਾਲ ਕੀ ਹੋਏਗਾ? ਗੁਰੂ ਸਾਹਿਬ ਦੀ ਗੱਲ ਸੁਣਦਾ ਆ ਤੂੰ, ਉਹਨੂੰ ਐਕਸ਼ਨ 'ਚ ਲਿਆਉਣਾ, ਉਹਨੂੰ ਜ਼ਿੰਦਗੀ 'ਚ ਲਾਗੂ ਕਰਦਾ। ਜੇ ਜੀਵਨ ਵਿੱਚ ਲਾਗੂ ਨਹੀਂ ਹੁੰਦੀ ਗੱਲ, ਤਾਂ ਫਿਰ ਬਾਣੀ 'ਚ ਲਿਖਿਆ ਪੜ ਪੜ ਗੱਡੀ ਲੱਦੀਆਂ, ਪੜ ਪੜ ਭਰੀਆਂ ਸਾਥ, ਪੜ ਪੜ ਬੇੜੀ ਪਾਈਆਂ, ਪੜ ਪੜ ਗੱਡੀਆਂ ਖਾਤ, ਪੜੀਆਂ ਜੇਤੇ ਬਰਸ ਬਰਸ, ਪੜੀਆਂ ਜੇਤੇ ਮਾਸ, ਪੜੀਆਂ ਜੇਤੀ ਆਰਜ਼ਾ, ਪੜੀਆਂ ਜੇਤੇ ਸਾਸ। ਗੱਡੀਆਂ ਲੱਦਲਾ ਪੜ ਪੜ ਕੇ ਤੂੰ, ਸਵਾਸਾਂ ਦੇ ਸਵਾਸ ਰੱਬ ਨੂੰ ਚੇਤੇ ਕਰ, ਸਾਲਾਂ ਬੱਧੀ ਪੜੀ ਚੱਲ। ਪਰ ਗੁਰੂ ਸਾਹਿਬ ਜੀ ਕਹਿੰਦੇ ਨਾਨਕ ਲਿਖੈ ਇੱਕ ਗੱਲ, ਇਹ ਦੱਸ ਤੂੰ ਅਮਲ ਵਿੱਚ ਕਿਹੜੀ ਗੱਲ ਲਿਆਂਦੀ ਹੈ, ਕਿਹੜੀ ਚੀਜ਼ ਨੂੰ ਅਮਲ 'ਚ ਲਿਆ ਸਕਿਆ। ਸੋ ਜੇ ਅਮਲ ਵਿੱਚ ਨਹੀਂ ਲਿਆਇਆ,
ਫਿਰ ਇਹ ਨਾ ਕਹੀਂ ਵੀ ਮੈਨੂੰ ਰੱਬ ਨੇ ਭੁਲਾਇਆ, ਤੂੰ ਆਪ ਭੁੱਲਿਆ ਆ। ਪਤਾ ਆ ਤੈਨੂੰ ਸਾਰਾ ਕੁਝ। ਮਿੱਠਾ ਖਾਣ ਨਾਲ ਸ਼ੂਗਰ ਹੁੰਦੀ ਹੈ, ਸਭ ਨੂੰ ਪਤਾ। ਹੁਣ ਕਿਹੜਾ ਬੰਦਾ ਜਿਹਨੂੰ ਨਹੀਂ ਪਤਾ ਵੀ ਮਿੱਠਾ ਖਾਣ ਨਾਲ ਸ਼ੂਗਰ ਹੁੰਦੀ ਹੈ? ਗੋਲੀ ਵੀ ਖਾਈ ਜਾਂਦਾ ਤੇ ਮਿੱਠਾ ਵੀ। ਤੇ ਫਿਰ ਕਹਿੰਦਾ ਸ਼ੂਗਰ ਪਤਾ ਨਹੀਂ ਘਟਦੀ ਕਿਉਂ ਨਹੀਂ। ਮਿੱਠਾ ਛੱਡ ਨਾ, ਫਿਰ ਘਟ ਜਾਏਗੀ। ਕਿੰਨਾ ਔਖਾ ਕੰਮ। ਨਹੀਂ, ਮਿੱਠਾ ਨਹੀਂ ਛੱਡਿਆ ਜਾਣਾ, ਵੇਖੋ, ਤੇ ਫਿਰ ਸ਼ੂਗਰ ਵੀ ਨਹੀਂ ਹਟਣੀ। ਸਿੰਪਲ ਗੱਲ ਹੈ। ਹੁਣ ਕਿਸੇ ਦਾ BP ਵੱਧਦਾ, ਪਕੌੜੇ ਵੇਖ ਕੇ ਜਾਨ ਨਿਕਲ ਜਾਂਦੀ ਉਹਦੀ। ਗੋਲੀ ਕੀ ਕਰੂ ਫਿਰ? ਖੁਰਾਕ ਬਦਲਣੀ ਪੈਣੀ ਨਾ ਤੈਨੂੰ ਖੁਰਾਕ ਤੇ ਅਮਲ ਕਰਨਾ ਪੈਣਾ ਵੀ ਇਹ ਚੀਜ਼ਾਂ ਮੇਰਾ ਨੁਕਸਾਨ ਕਰਦੀਆਂ, ਉਸ ਮੈਂ ਨਹੀਂ ਖਾਣੀਆਂ। ਸੋ ਜਿੰਨਾ ਚਿਰ ਤੱਕ ਕੋਈ ਜਾਣ ਨਾ ਭੁੱਲੇ ਭਾਈ, ਕੋਈ ਜਾਣ ਕੇ ਨਹੀਂ ਭੁੱਲਦਾ, ਇਹ ਗੱਲ ਪੱਕੀ ਹੈ। ਪਰ ਜਾਣ ਬੁੱਝ ਕੇ ਭੁੱਲਣ ਵਾਲੇ ਬੰਦੇ, ਤੇਰੇ ਅੰਦਰ ਹੀ ਰੱਬ ਹੈ। ਰੱਬ ਨੇ ਭੁਲਾਉਣ ਦਾ ਅਰਥ ਹੈ ਰੱਬ ਤੇਰੇ ਅੰਦਰ ਬੈਠਾ ਆ, ਉਹਨੇ ਸਮਝ ਦੇਣੀ ਹੈ, ਐਕਸ਼ਨ ਤੂੰ ਲੈਣਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਮਤਾ ਕਰੇ ਪੱਛਮ ਕੇ ਤਾਂ ਹੀ ਪੂਰਬ ਹੀ ਲੈ ਜਾਤ, ਖਿਨ ਮੈਂ ਥਾਪ ਉਥਾਪਨ ਹਾਰਾ ਆਪਨ ਹਾਥ ਮਤਾਂਤ। ਉਹਦੇ ਅੱਗੇ ਪੰਕਤੀਆਂ ਆਉਣਗੀਆਂ, ਸਿਆਣਪ ਕਾਹੂ ਕਾਮਨਾ ਆਤ, ਜੋ ਅਨੁਰੂਪਿਓ ਠਾਕੁਰ ਮੇਰੇ ਹੋਏ ਰਹੀ ਉਹ ਬਾਤ। ਸਿਆਣੀਆਂ ਗੱਲਾਂ ਕਰਨਾ ਤੇ ਸਿਆਣੇ ਹੋਣਾ ਦੋਵੇਂ ਅਲੱਗ-ਅਲੱਗ ਟੌਪਿਕ ਨੇ। ਸਿਆਣੀਆਂ ਗੱਲਾਂ ਬਹੁਤ ਬੰਦਿਆਂ ਨੂੰ ਆਉਂਦੀਆਂ, ਕਿਸੇ ਨਾਲ ਛੇੜ ਕੇ ਵੇਖ ਲਿਓ ਤੁਸੀਂ, ਬੜੀਆਂ ਚੰਗੀਆਂ ਗੱਲਾਂ ਕਰਦੇ ਬੰਦੇ, ਕਿਤੇ ਤੁਸੀਂ ਵੇਖਿਓ ਬੰਦਿਆਂ ਨੂੰ ਗੱਲਾਂ ਕਰਦੇ ਆ, ਪਰ ਕੀ ਉਹ ਅਮਲ ਵਿੱਚ ਵੀ ਆਉਂਦੀਆਂ? ਗੱਲ ਅਮਲਾਂ ਦੀ ਹੈ। ਤਾਂ ਹੀ ਗੁਰੂ ਸਾਹਿਬ ਜੀ ਬਾਣੀ 'ਚ ਕਹਿੰਦੇ ਨਾ, ਅਮਲ ਜੇ ਕੀਤੇ ਦੁਨੀ ਵਿੱਚ ਦਰਗਾਹ ਆਏ ਕੰਮ। ਅਸੀਂ ਅਮਲਾਂ ਤੋਂ, ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ ਇੱਕ ਪਾਵਨ ਸ਼ਬਦ ਹੈ ਵੀ ਸਾਡੀ ਮੁਸ਼ਕਲ ਇਹ ਹੈ ਵੀ ਅਸੀਂ ਅਮਲ ਤਾਂ ਕੀਤਾ ਹੀ ਨਹੀਂ। ਹੁਣ ਜਪਜੀ ਸਾਹਿਬ ਦੇ ਇੱਕ ਓਂਕਾਰ ਤੇ ਅਮਲ ਕੀਤਾ, ਮੇਰੀ ਇੱਕ ਓਂਕਾਰ ਛੱਡੋ ਸਾਰੀ ਦੁਨੀਆ। ਬਹੁਤ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਆਖਿਆ, ਇੱਕ ਓਂਕਾਰ ਦਾ ਅਰਥ ਹੈ ਰੱਬ ਇੱਕ ਹੈ। ਓਕੇ, ਸਮਝ ਲੱਗ ਗਈ। ਮੇਰਾ ਇਹਦੇ ਨਾਲ ਕੀ ਫਾਇਦਾ ਹੋਇਆ? ਜੇ ਰੱਬ ਦੋ ਹੁੰਦੇ ਮੇਰਾ ਕੀ ਨੁਕਸਾਨ ਹੋਣਾ ਸੀ? ਜੇ ਰੱਬ ਚਾਰ ਹੁੰਦੇ ਮੇਰਾ ਕੀ ਨੁਕਸਾਨ ਹੁੰਦਾ ਇਹਦੇ ਨਾਲ? ਰੱਬ ਇੱਕ ਹੈ, ਮੇਰਾ ਕੀ ਫਾਇਦਾ ਹੋਇਆ? ਰੱਬ ਇੱਕ ਹੈ, ਮੈਂ ਇੱਕ ਰੱਬ ਦਾ ਪੁਜਾਰੀ ਹਾਂ, ਮੈਂ ਇੱਕ ਰੱਬ ਦੀ ਪੂਜਾ ਕਰਦਾ, ਇਸ ਕਰਕੇ ਮੈਂ ਵੀ ਇੱਕ ਹੋਣਾ ਚਾਹੀਦਾ। ਇੱਕ ਹੋਣ ਦਾ ਅਰਥ ਹੈ ਮੈਂ ਅੰਦਰੋਂ ਤੇ ਬਾਹਰੋਂ ਇੱਕੋ ਜਿਹਾ ਹੋਣਾ ਚਾਹੀਦਾ। ਕੀ ਅੱਜ ਦੇ ਬੰਦੇ ਅੰਦਰੋਂ ਤੇ ਬਾਹਰੋਂ ਇੱਕੋ ਜਿਹੇ ਨੇ? ਕਿ ਸਿੱਖ, ਚਲੋ ਛੱਡੋ, ਬਾਕੀ ਦੁਨੀਆ ਨੂੰ ਰਹਿਣ ਦਿੰਦੇ ਆ ਆਪਾਂ, ਸਿੱਖ ਅੰਦਰੋਂ ਤੇ ਬਾਹਰੋਂ ਇੱਕੋ ਜਿਹੇ ਆ? ਨਹੀਂ, ਇਹ ਵੇਖਣ ਨੂੰ ਹੋਰ ਲੱਗਦੇ ਆ, ਪ੍ਰੈਕਟੀਕਲੀ ਹੋਰ ਹੈ। ਜਿੱਦਾਂ ਦੇ ਦਿਸ ਰਹੇ ਹਾਂ ਅਸੀਂ, ਇੱਦਾਂ ਦੇ ਨਹੀਂ ਆ। ਜਿੱਦਾਂ ਦੇ ਹੈਗੇ ਆ ਉੱਦਾਂ ਦੇ ਅਸੀਂ ਦਿਸ ਨਹੀਂ ਰਹੇ। ਬਸ ਇੱਕ ਓਂਕਾਰ, ਅਸੀਂ ਅੰਦਰੋਂ ਬਾਹਰੋਂ ਇੱਕੋ ਜਿਹੇ ਹੋਈਏ, ਬਸ ਕੋਈ ਫਰਕ ਨਹੀਂ ਸਾਡੇ ਨਾਲ ਕੋਈ ਗੁਰਦੁਆਰੇ ਮਿਲ ਪਏ, ਗਲੀ 'ਚ ਮਿਲ ਪਏ, ਘਰ ਮਿਲ ਪਏ, ਬਾਜ਼ਾਰ, ਅਸੀਂ ਇੱਕੋ ਜਿਹੇ ਹੁੰਦੇ ਹਾਂ ਹਮੇਸ਼ਾ। ਕੀ ਸਿੱਖ ਹਮੇਸ਼ਾ ਇੱਕੋ ਜਿਹਾ ਹੁੰਦਾ ਹੈ? ਨਹੀਂ। ਸੋ ਇਹ ਭੁੱਲਣਾ ਆ, ਇਹ ਅਸੀਂ ਆਪ ਭੁੱਲ ਰਹੇ ਹਾਂ। ਸਮਝ ਕੇ ਜਾਣ ਕੇ ਸਾਰੀ ਗੱਲ, ਇਹਨੂੰ ਗੁਰੂ ਸਾਹਿਬ ਜੀ ਕਹਿੰਦੇ ਜਿਸ ਆਪ ਭੁਲਾਏ ਜਿਹਨੂੰ ਉਹ ਮਾਲਕ ਭੁਲਾਉਂਦਾ। ਤੇ ਭੁਲਾਉਂਦਾ ਮਤਲਬ ਤੁਸੀਂ ਆਪ ਆਪਣੇ ਆਪ ਨੂੰ ਭੁਲਾਉਂਦੇ ਆ। ਫਿਰ ਸਮਝਿਓ ਇਸ ਨੁਕਤੇ ਨੂੰ, ਧਿਆਨ ਨਾਲ ਸਮਝਿਓ। ਬੁੱਝੇ ਜਿਸੇ ਬੁਝਾਈ, ਤੇ ਬੁੱਝਦਾ ਉਹ ਹੈ ਜਿਹਨੂੰ ਉਹ ਆਪ ਸਮਝ ਦਿੰਦਾ। ਆਪ ਸਮਝ ਦੇਣ ਦਾ ਅਰਥ ਹੈ ਤੁਹਾਡੇ ਅੰਦਰ ਬੈਠੇ ਹੋਈ ਸੁਰਤ ਨਹੀਂ ਪ੍ਰਮਾਤਮਾ ਦੀ ਸਹੀ ਤੇ ਉਹਦੀ ਠੀਕ ਗੱਲ ਨੂੰ ਸਮਝਣਾ, ਇੰਨੇ ਹੀ ਰੌਂਗ ਗੱਲ ਨੂੰ ਸਮਝਣਾ। ਮਰਜ਼ੀ ਸਾਡੀ ਆਪਣੀ ਹੈ। ਬਾਣੀ 'ਚ ਬੇਅੰਤ ਥਾਵਾਂ ਤੇ ਐਸੇ ਪ੍ਰਮਾਣ ਤੁਹਾਨੂੰ ਪੜ੍ਹਨ ਨੂੰ ਮਿਲ ਜਾਣਗੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਜੇਹਾ ਕਾਲੈ ਕਾਲਣਾ ਤੇ ਵੇਹੋ ਨਾਉ ਪਚਾਰੀਐ, ਜੇਹਾ ਬੀਜੇ ਸੋ ਲੁੜੈ ਕਰਮਾ ਸੰਦੜਾ ਖੇਤ, ਖੇਤ ਸਰੀਰ ਜੋ ਬੀਜਿਆ ਸੋ ਅੰਤ ਖਲੋਇਆ ਆਏ। ਜੋ ਇਸ ਜੀਵਨ ਦੇ ਖੇਤ ਵਿੱਚ ਬੀਜੇਗਾ ਉਹੋ ਹੀ ਤੈਨੂੰ ਵੱਢਣਾ ਪੈਣਾ, ਵੱਢੇਗਾ ਉਹ। ਸੋ ਕੋਸ਼ਿਸ਼ ਕਰੀਏ ਇਹਦੇ 'ਚ ਬੀਜ ਚੰਗਾ ਪਾਈਏ। ਫਿਰ ਗੁਰੂ ਸਾਹਿਬ ਜੀ ਐਗਜ਼ਾਮਪਲਸ ਦਿੰਦੇ ਕੁਝ, ਜਿਹੜੀਆਂ ਸਮੇਂ ਦੀਆਂ ਮਿੱਥ ਦੀਆਂ ਐਗਜ਼ਾਮਪਲਸ ਨੇ। ਇਹ ਚੇਤਾ ਰੱਖਿਓ, ਜਿਹੜਾ ਬੰਦਾ ਆਪਣੇ ਆਪ ਨੂੰ ਠੀਕ ਕਰਨਾ ਚਾਹੁੰਦਾ ਤੇ ਰੋਜ਼ ਕੋਸ਼ਿਸ਼ ਕਰੇ ਉਹ ਠੀਕ ਹੋ ਜਾਏਗਾ, ਤੇ ਜਿਹੜਾ ਬੰਦਾ ਆਪਣੇ ਆਪ ਨੂੰ ਗਲਤ ਕਰਨਾ ਚਾਹੁੰਦਾ ਉਹਦੀ ਕੋਸ਼ਿਸ਼ ਕਰੇਗਾ ਤੇ ਉਹ ਗਲਤ ਹੋ ਜਾਏਗਾ। ਜਿਹੜੇ ਪੜ੍ਹਨਾ ਚਾਹੁੰਦੇ ਉਹ ਪੜ੍ਹ ਸਕਦੇ ਨੇ, ਜਿਹੜੇ ਨਹੀਂ ਪੜ੍ਹਨਾ ਚਾਹੁੰਦੇ ਉਹ ਨਹੀਂ ਪੜ੍ਹਨਗੇ ਕਦੇ ਵਾਸਤੇ ਵੀ। ਤੁਸੀਂ ਕਿਸੇ ਨੂੰ ਪੜ੍ਹਾ ਨਹੀਂ ਸਕਦੇ, ਕਿਸੇ ਨੂੰ ਅਕਲ ਦੇ ਨਹੀਂ ਸਕਦੇ। ਇੱਕ ਮਾਂ ਦੇ ਦੋ ਪੁੱਤ ਹੁੰਦੇ ਆ, ਦੋਵਾਂ ਨੂੰ ਇੱਕੋ ਜਿਹਾ ਪਿਆਰ ਕਰਦੀ ਹੈ, ਉਹ ਇੱਕੋ ਜਿਹੇ ਲਾਡ ਲਡਾਉਂਦੀ ਹੈ, ਪਰ ਦੋਵਾਂ ਵਿੱਚੋਂ ਇੱਕ ਲਾਇਕ ਨਿਕਲ ਜਾਂਦਾ ਤੇ ਇੱਕ
ਨਲਾਇਕ ਨਿਕਲ ਜਾਂਦਾ। ਕੀ ਮਾਂ ਚਾਹੁੰਦੀ ਸੀ ਇੱਕ ਲਾਇਕ ਨਿਕਲੇ ਇੱਕ ਨਲਾਇਕ ਨਿਕਲੇ? ਨਾ, ਮਾਂ ਤਾਂ ਨਹੀਂ ਐ ਚਾਹੁੰਦੀ। ਗੁਰੂ ਨਾਨਕ ਸਾਹਿਬ, ਚਲੋ ਆਪਣੇ ਤਾਂ ਆਪਾਂ ਇਦਾਂ ਮੰਨ ਲਾਂਗੇ, ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਘਰ ਬੱਚੇ ਜਨਮ ਲੈਂਦੇ ਨੇ। ਸ੍ਰੀ ਚੰਦ ਤੇ ਲਖਮੀ ਦਾਸ ਨਹੀਂ ਸਮਝ ਸਕੇ, ਭਾਈ ਲਹਿਣਾ ਜੀ ਉਹ ਗੱਲ ਸਮਝ ਗਏ ਜਿਹੜੀ ਗੁਰੂ ਨਾਨਕ ਸਾਹਿਬ ਜੀ ਸਮਝਾਉਣਾ ਚਾਹੁੰਦੇ ਸਨ। ਕੀ ਰੱਬ ਚਾਹੁੰਦਾ ਸੀ ਵੀ ਸ੍ਰੀ ਚੰਦ ਨਾ ਸਮਝੇ? ਨਹੀਂ, ਇਦਾਂ ਨਹੀਂ ਹੈ। ਫਿਰ ਤੁਸੀਂ ਅੱਗੇ ਆ ਜਾਓ, ਗੁਰੂ ਰਾਮਦਾਸ ਪਿਤਾ ਜੀ ਦੇ ਘਰ 3 ਬੱਚੇ ਜਨਮ ਲੈਂਦੇ ਨੇ, ਜਿਨ੍ਹਾਂ ਚੋਂ ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਗੱਲ ਨੂੰ ਸਮਝਦੇ ਆ, ਬਾਕੀ 2 ਪੁੱਤ ਨਹੀਂ ਸਮਝਦੇ। ਕੀ ਗੁਰੂ ਅਰਜਨ ਸਾਹਿਬ ਜੀ ਨਹੀਂ ਚਾਹੁੰਦੇ ਸਨ ਬਾਕੀ ਬੱਚੇ ਵੀ ਸਮਝਣ ਗੱਲ ਨੂੰ? ਪਰ ਡਿਪੈਂਡ ਕਰਦਾ ਵੀ ਸਾਹਮਣੇ ਵਾਲਾ ਸਮਝਣਾ ਚਾਹੁੰਦਾ ਕਿ ਨਹੀਂ ਸਮਝਣਾ ਚਾਹੁੰਦਾ। ਗੁਰੂ ਗ੍ਰੰਥ ਸਾਹਿਬ ਜੀ ਤੇ ਅਕਲ ਦਿੰਦੇ ਆ, ਸਮਝ ਦਿੰਦੇ ਆ, ਬਾਣੀ 'ਚ ਗੁਰੂ ਸਾਹਿਬ ਖਿਆਲ ਦਿੰਦੇ ਆ ਸਾਨੂੰ। ਡਿਪੈਂਡ ਕਰਦਾ ਵੀ ਅਸੀਂ ਇਹ ਖਿਆਲ ਲੈਣਾ ਚਾਹੁੰਦੇ ਕਿ ਨਹੀਂ ਲੈਣਾ ਚਾਹੁੰਦੇ, ਅਸੀਂ ਇਹਨਾਂ ਖਿਆਲਾਂ ਤੇ ਕੰਮ ਕਰਨਾ ਚਾਹੁੰਦੇ ਕਿ ਨਹੀਂ ਕਰਨਾ ਚਾਹੁੰਦੇ। ਗੁਰੂ ਸਾਹਿਬ ਕਹਿੰਦੇ ਕਿਵੇਂ ਸਚਿਆਰਾ ਹੋਈਏ ਕਿਵੇਂ ਕੂੜੇ ਟੁੱਟੇ ਪਾਲ, ਤੇ ਨਾਲ ਜਵਾਬ ਦਿੰਦੇ ਹੁਕਮ ਰਜਾਈ ਚੱਲਣਾ। ਹੁਣ ਹੁਕਮ ਤੇ ਚੱਲਣਾ ਅਸੀਂ ਹੈ। ਤੇਰਾ ਦਿਲ ਕਰਦਾ ਹੁਕਮ ਤੇ ਚੱਲਣ ਲਈ? ਹੁਕਮ ਤੇ ਚੱਲਣ ਦਾ ਅਰਥ ਹੈ ਕੁਦਰਤ ਦੇ ਨਿਯਮਾਂ ਨੂੰ ਜਾਣ ਕੇ ਆਪਣੀ ਜ਼ਿੰਦਗੀ ਨੂੰ ਜੀ। ਤੇ ਕੁਦਰਤ ਦਾ ਨਿਯਮ ਕਹਿੰਦਾ ਆ ਤੇਰਾ ਸਰੀਰ ਨਸ਼ੇ ਲਈ ਨਹੀਂ ਬਣਿਆ, ਤੇਰਾ ਸਰੀਰ ਗੁੱਸੇ ਲਈ ਨਹੀਂ ਬਣਿਆ, ਤੇਰਾ ਸਰੀਰ ਨਫ਼ਰਤ ਲਈ ਨਹੀਂ ਬਣਿਆ, ਤੇਰਾ ਸਰੀਰ। ਬਾਣੀ 'ਚ ਇੱਥੋਂ ਤੱਕ ਸੱਚੇ ਪਾਤਸ਼ਾਹ ਜੀ ਇੱਕ ਜਗ੍ਹਾ ਤੇ ਐਗਜ਼ਾਮਪਲ ਦਿੰਦੇ, ਕਹਿੰਦੇ ਇਹ ਸਰੀਰ ਸਭ ਧਰਮ ਹੈ। ਬੰਦਿਆ ਜੇ ਧਰਮ ਸਿੱਖਣਾ ਤੇ ਸਰੀਰ ਤੋਂ ਵੀ ਸਿੱਖ ਸਕਦਾ ਤੂੰ। ਕਿਵੇਂ? ਆਪਣੇ ਸਰੀਰ ਦੀ ਬਣਤਰ ਵੱਲ ਵੇਖਿਓ। ਅੱਖਾਂ, ਪੈਰ, ਹੱਥ ਇਹ ਇੱਕ ਦੂਜੇ ਦੇ ਸਹਾਇਕ ਨੇ। ਅੱਖਾਂ ਵੇਖਦੀਆਂ ਨੇ ਤੇ ਪੈਰ ਤੁਰਦੇ ਨੇ। ਜੇ ਅੱਖਾਂ ਵੇਖਣ ਨਾ ਤੇ ਪੈਰ ਤੁਰ ਨਹੀਂ ਸਕਦੇ। ਹਾਲਾਂਕਿ ਜਦੋਂ ਠੇਡਾ ਲੱਗ ਕੇ ਡਿੱਗਦਾ ਨਾ ਬੰਦਾ, ਠੇਡਾ ਪੈਰ ਨੂੰ ਲੱਗਦਾ ਤੇ ਸਵਾਲ ਅਗਲੇ ਪੈਰਾਂ ਤੇ ਨਹੀਂ ਕਰਦੇ, ਸਵਾਲ ਅੱਖਾਂ ਤੇ ਕਰਦੇ। ਠੇਡਾ ਲੱਗ ਕੇ ਕੋਈ ਬੰਦਾ ਡਿੱਗੇ ਆਪਾਂ ਕਹਿੰਦੇ ਅੰਨਾ ਹੋਇਆ ਹੈ, ਤੇ ਅੱਖਾਂ ਜੇ ਅੱਗਿਓਂ ਕਹਿਣ ਵੀ ਸਾਨੂੰ ਕਿਉਂ ਕਹਿੰਦੇ ਹੋ, ਡਿੱਗਾ ਤਾਂ ਪੈਰ ਹੈ, ਠੇਡਾ ਤੇ ਪੈਰ ਤੋਂ ਲੱਗਾ ਆ। ਤੇ ਫਿਰ ਇਹ ਸਮਝਾਉਣਾ ਪਏਗਾ ਵੀ ਜ਼ਿੰਮੇਵਾਰੀ ਅੱਖਾਂ ਦੀ ਸੀ ਵੇਖਣਾ। ਅੱਖਾਂ ਨੇ ਵੇਖਣਾ ਤਾਂ ਕਿ ਪੈਰ ਠੀਕ ਚੱਲਦੇ ਰਹਿਣ। ਠੀਕ ਇੱਦਾਂ ਜਿਹਨੇ ਧਰਮ ਸਮਝਣਾ ਨਾ ਉਹਨੇ ਆਪਣੇ ਸਰੀਰ ਤੋਂ ਸਮਝ ਲੈਣਾ ਵੀ ਤੂੰ ਸਿਰਫ ਆਪਣੇ ਆਪ ਲਈ ਨਹੀਂ ਹੈ, ਤੂੰ ਸਮਾਜ ਵਿੱਚ ਸਮਾਜ ਵਾਸਤੇ ਹੈ, ਤੇਰੀਆਂ ਬਹੁਤ ਵੱਡੀਆਂ ਜ਼ਿੰਮੇਵਾਰੀਆਂ ਨੇ। ਪਰ ਬੰਦੇ ਗਲਤੀ ਕਰਦੇ ਆ, ਭੁੱਲੇ ਹੋਏ ਬੰਦੇ ਅੱਜ ਸਮਾਜ ਨੂੰ ਗੰਧਲਾ ਬਣਾ ਰਹੇ ਨੇ। ਤੇ ਹਿੰਦੂ ਮਿਥਿਹਾਸ ਦੀ ਇੱਕ ਐਗਜ਼ਾਮਪਲ ਗੁਰੂ ਨਾਨਕ ਸਾਹਿਬ ਜੀ ਵਰਤਦੇ, ਕਹਿੰਦੇ ਗੌਤਮ ਤਪਾ ਜਿਹਨੂੰ ਪਤਾ ਆ। ਮੰਨ ਲਓ ਜੇ ਅਸੀਂ ਇਸੇ ਤਰ੍ਹਾਂ ਨਾਲ ਹੀ ਮੰਨਣਾ ਆ ਵੀ ਰੱਬ ਸਾਨੂੰ ਇਸ ਤਰ੍ਹਾਂ ਬਣਾਉਂਦਾ ਆ, ਸਾਡੀ ਕੋਈ ਇੱਦਾਂ ਮਰਜ਼ੀ ਨਹੀਂ ਚੱਲਦੀ, ਤਾਂ ਫਿਰ ਠੀਕ ਹੈ। ਸਾਡੀ ਜਵਾਨੀ, ਸਾਡੇ ਬੱਚੇ, ਸਾਡਾ ਪਰਿਵਾਰ, ਸਾਡਾ ਸਮਾਜ ਜਿੰਨਾ ਕੁਰਾਏ ਪਿਆ ਹੋਇਆ, ਫਿਰ ਤੁਹਾਨੂੰ ਕੋਈ ਹੱਕ ਨਹੀਂ ਉਹਨਾਂ ਨੂੰ ਕਹਿਣ ਦਾ। ਫਿਰ ਰੱਬ ਨੇ ਇੱਦਾਂ ਹੀ ਕੀਤਾ ਹੋਣਾ, ਰੱਬ ਅਜੇ ਚਾਹੁੰਦਾ ਨਹੀਂ ਇੱਦਾਂ ਦਾ। ਤੇ ਕਈ ਬੰਦੇ ਕਹਿਣਗੇ ਰੱਬ ਫਿਰ ਇੱਦਾਂ ਪਾਪ ਕਰ ਕਰਕੇ ਬੰਦਿਆਂ ਨੂੰ, ਕਈ ਬੰਦੇ ਮੇਰੇ ਨਾਲ ਇੱਕ ਵਾਰ ਵੀਰ ਇੱਕ ਦਲੀਲ ਦੇਵੇ, ਉਹ ਕਹਿੰਦਾ ਜੀ ਜੇ ਪਾਪ ਨਹੀਂ ਕਰਨਗੇ ਲੋਕ ਫਿਰ ਰੱਬ ਦਾ ਕਿਵੇਂ ਪਤਾ ਲੱਗੂਗਾ? ਜੇ ਰੱਬ ਦਾ ਵੀ ਤਾਂ ਪਤਾ। ਅੱਛਾ, ਇਹਦਾ ਮਤਲਬ ਇਹ ਹੈ ਰੱਬ ਆਪਣੀ ਅਹਿਮੀਅਤ ਬਣਾਉਣ ਵਾਸਤੇ ਦੁਨੀਆ ਦੇ ਲੋਕਾਂ ਤੋਂ ਪਾਪ ਕਰਾਉਂਦਾ ਹੈ, ਫਿਰ ਤਾਂ ਰੱਬ ਬੜਾ ਭੈੜਾ ਹੈ। ਮੰਨ ਲਓ ਮੇਰੀ ਅਹਿਮੀਅਤ ਬਣੀ ਰਵੇ ਇਸ ਲਈ ਲੋਕ ਪਾਪ ਕਰਦੇ ਨਜ਼ਰ ਆਉਣੇ ਚਾਹੀਦੇ ਆ, ਤਾਂ ਕਿ ਕੋਈ ਮੈਨੂੰ ਇਹ ਦੱਸੇ ਵੀ ਵੇਖੋ ਇਹ ਪਾਪ ਕਰਨ ਵਾਲੇ ਪਾਪੀ ਬੰਦੇ ਨੇ, ਇਹ ਰੱਬ ਦੀ ਦਰਗਾਹ 'ਚ ਮਾਫ ਨਹੀਂ ਹੋਣੀ। ਬੜੀ ਅਜੀਬ ਗੱਲ ਹੈ। ਖੈਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਬਾਣੀ 'ਚ ਜਦੋਂ ਇਹ ਪੱਖ ਰੱਖਦੇ ਤਾਂ ਇਹਨੂੰ ਥੋੜ੍ਹਾ ਜਿਹਾ ਧਿਆਨ ਨਾਲ ਸਮਝੋਗੇ ਤੇ ਗੱਲ ਸਾਡੇ ਸਮਝ ਵਿੱਚ ਛੇਤੀ ਆ ਜਾਏਗੀ। ਹਾਲਾਂਕਿ ਇਹ ਵਿਚਾਰ ਵਾਲੀ ਗੱਲ ਕਈ ਵਾਰ ਸਾਨੂੰ ਥੋੜ੍ਹੀ ਜਿਹੀ ਬੋਰਿੰਗ ਲੱਗਦੀ ਹੁੰਦੀ ਹੈ, ਕਿਉਂਕਿ ਅਸੀਂ ਬਾਣੀ ਦੇ ਸ਼ਬਦਾਂ ਤੇ ਬਹੁਤਾ ਢੁੱਕ ਕੇ ਅਰਥ ਕਰਨੇ ਜਾਂ ਉਹਨਾਂ ਸ਼ਬਦਾਂ ਨੂੰ ਜਾਣਨਾ ਘੱਟ ਸਮਝਦੇ ਹੁੰਦੇ ਆ। ਸਤਿਗੁਰੂ ਜੀ ਐਗਜ਼ਾਮਪਲ ਦਿੰਦੇ, ਕਹਿੰਦੇ ਗੌਤਮ ਤਪਾ ਅਹਿਲਿਆ ਨਾਰੀ, ਤਿਸ ਦੇਖ ਇੰਦਰ ਲੁਭਾਇਆ। ਹਿੰਦੂ ਮਿਥੋਲੋਜੀ ਦੇ ਵਿੱਚ ਇੱਕ ਕਹਾਣੀ ਹੈ, ਉਹਨਾਂ ਦਾ ਮਿੱਥ ਹੈ, ਠੀਕ ਹੈ ਜਾਂ ਗਲਤ ਹੈ ਆਪਾਂ ਇਹਦੀ ਗੱਲ ਉਹਨਾਂ ਦੇ ਵੇਦਾਂ 'ਚ ਲਿਖੀ ਹੈ, ਉਹਨਾਂ ਦੇ ਧਰਮ ਗ੍ਰੰਥਾਂ 'ਚ ਲਿਖੀ ਹੈ। ਕਹਿੰਦੇ ਗੌਤਮ ਤਪਾ ਜਿਸ ਦੀ ਪਤਨੀ ਦਾ ਨਾਮ ਹੈ ਅਹਿਲਿਆ। ਅਹਿਲਿਆ ਖੂਬਸੂਰਤ ਬਹੁਤ ਜ਼ਿਆਦਾ ਸੀ, ਜਿਹਦੇ ਵੱਲ ਵੇਖ ਕੇ ਇੰਦਰ ਦੇਵਤਾ ਬੇਈਮਾਨ ਹੋ ਗਿਆ। ਇਹ ਹਿੰਦੂ, ਮੈਂ ਇਹ ਨਹੀਂ ਕਹਿੰਦਾ ਵੀ ਇਹ ਸੱਚ ਹੈ ਜਾਂ ਝੂਠ ਹੈ, ਇਹ ਨਹੀਂ ਆਪਣਾ ਕੋਈ ਫੈਸਲਾ ਕਰਨ ਦੀ ਗੱਲ ਕਰਦੇ ਆਪਾਂ। ਹਿੰਦੂ ਮਿੱਥ ਵਿੱਚੋਂ ਐਗਜ਼ਾਮਪਲ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਰਹੇ ਆ ਵੀ ਇਹ ਬੰਦੇ ਇਸ ਤਰ੍ਹਾਂ ਦੇ ਕਰਮ ਕਰਕੇ ਤੇ ਫਿਰ ਨਾਂ ਕਿਹਦਾ ਲਾਉਂਦੇ ਨੇ? ਕਹਿੰਦੇ ਰੱਬ ਦੀ ਮਰਜ਼ੀ ਹੈ। ਜੇ ਇਹ ਗੱਲਾਂ ਐ ਮੰਨਣੀਆਂ ਨੇ ਫਿਰ ਚੇਤਾ ਰੱਖਿਓ, ਫਿਰ ਤੁਸੀਂ ਕਿਸੇ ਵੀ ਬੰਦੇ ਨੂੰ ਗਲਤ ਨਹੀਂ ਕਹਿ ਸਕਦੇ।
ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਗੌਤਮ ਤਪਾ ਅਹਿਲਿਆ ਨਾਰੀ ਤਿਸ ਦੇਖ ਇੰਦਰ ਲੁਭਾਇਆ। ਉਹਦੇ ਵੱਲ ਵੇਖ ਕੇ ਇੰਦਰ ਦੇਵਤਾ ਬੇਈਮਾਨ ਹੋ ਗਿਆ ਤੇ ਗੌਤਮ ਤਪਾ ਨੇ ਉਹਨੂੰ ਸ਼ਰਾਪ ਦਿੱਤਾ। ਇਹ ਕਹਾਣੀ ਹਿੰਦੂ, ਮੈਂ ਫਿਰ ਬਾਰ-ਬਾਰ ਕਹਿ ਰਿਹਾ ਵੀ ਹਿੰਦੂ ਮਿਥੋਲੋਜੀ 'ਚ ਲਿਖੀ ਹੈ, ਗੁਰਮਤ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ। ਇੱਥੇ ਸਿਰਫ ਐਗਜ਼ਾਮਪਲ ਦਿੱਤੀ ਹੈ। ਸਹਸ ਸਰੀਰ ਚਿਹਨ ਭਗ ਹੋਏ ਤਾਂ ਮਨ ਪਛੋਤਾਇਆ। ਤੇ ਕਹਿੰਦੇ ਇਹ ਸ਼ਰਾਪ ਗੌਤਮ ਤਪੇ ਨੇ ਇੰਦਰ ਨੂੰ ਦਿੱਤਾ ਤੇ ਉਹਦੇ ਸਰੀਰ ਤੇ ਅਨੇਕਾਂ ਚਿੰਨ੍ਹ ਇਸ ਤਰ੍ਹਾਂ ਦੇ ਬਣ ਗਏ ਜਿਹਨੂੰ ਵੇਖ ਵੇਖ ਕੇ ਉਹਨੂੰ ਪਛਤਾਉਣਾ ਪਿਆ। ਹੁਣ ਇੱਕ ਗੱਲ ਨੁਕਤਾ ਸਮਝਣਾ ਇੱਥੇ ਆਪਾਂ, ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਬਾਣੀ ਵਿੱਚ ਸੈਂਕੜੇ ਐਗਜ਼ਾਮਪਲਸ ਨੇ ਜਿਹੜੀਆਂ ਮਿੱਥ ਦੀਆਂ, ਵਕਤ ਦਾ ਮਿੱਥ ਜੋ ਸੀ ਉਹਦੀਆਂ ਦਿੱਤੀਆਂ ਹੋਈਆਂ ਆ। ਉਹਨਾਂ ਐਗਜ਼ਾਮਪਲਾਂ 'ਚੋਂ ਅਸੀਂ ਸਿੱਖਣਾ ਇਹ ਹੈ ਵੀ ਜੇ ਅੱਜ ਅਸੀਂ ਇਹਨਾਂ ਗੱਲਾਂ ਨੂੰ ਸਿੱਖ ਵੀ ਮੰਨਣ ਲੱਗ ਪਏ ਤੇ ਆਉਣ ਵਾਲੇ 10 20 30 40 ਸਾਲਾਂ ਬਾਅਦ ਫਿਰ ਸਿੱਖਾਂ ਨੇ ਇੱਦਾਂ ਮੰਨਣ ਲੱਗ ਪੈਣਗੇ ਵੀ ਬਾਣੀ 'ਚ ਵੀ ਤੇ ਐਂ ਲਿਖਿਆ ਹੀ ਹੈ ਨਾ। ਫਿਰ ਹੁਣ ਕਈ ਬੰਦੇ ਐ ਨੇ ਬਾਣੀ 'ਚ ਲਿਖਿਆ, ਬਾਣੀ 'ਚ ਜੋ ਲਿਖਿਆ ਨਾ ਉਹਦਾ ਪ੍ਰਕਰਨ ਸਮਝਣਾ ਪੈਣਾ ਸਾਰਾ। ਇੱਕ ਟੌਪਿਕ ਨੂੰ ਲੈ ਕੇ ਤੁਸੀਂ ਐ ਨਹੀਂ ਗੱਲ ਕਰ ਸਕਦੇ ਵੀ ਬਾਣੀ 'ਚ ਇਹ ਪੰਕਤੀਆਂ ਲਿਖੀਆਂ ਨੇ। ਕਈ ਬੰਦੇ ਸਾਡੇ ਵੇਖੋ ਜੀ ਬਾਣੀ 'ਚ ਐਂ ਲਿਖਿਆ ਤੇ ਬਾਣੀ 'ਚ ਸਾਰਾ ਪ੍ਰਕਰਨ ਸਮਝੋ ਨਾ ਉਹਦਾ। ਵੀ ਇੱਕ ਧਾਰਮਿਕ ਬੰਦਾ ਜਿਹੜਾ ਆਪਣੇ ਆਪ ਨੂੰ ਬਹੁਤ ਵੱਡਾ ਧਰਮੀ ਪੁਰਖ ਅਖਵਾਉਂਦਾ ਆ, ਧਰਮੀ ਪੁਰਖ ਦਾ ਜੀਵਨ ਵੀ ਵੇਖੋ ਕਿਸ ਤਰ੍ਹਾਂ ਦਾ ਤੁਹਾਡੇ ਗ੍ਰੰਥ ਇਹ ਵਿਆਖਿਆ ਕਰਕੇ ਸੁਣਾ ਰਹੇ ਨੇ। ਜਾਂ ਇਹ ਘਟਨਾ ਗਲਤ ਹੈ ਜਾਂ ਤੁਹਾਡੇ ਗ੍ਰੰਥਾਂ 'ਚ ਲਿਖੀ ਗਲਤ ਹੈ, ਜਾਂ ਤਾਂ ਘਟਨਾ ਠੀਕ ਨਹੀਂ ਹੈ। ਜੇ ਘਟਨਾ ਠੀਕ ਹੈ ਤੇ ਫਿਰ ਤੁਹਾਡੇ ਇਹ ਦੇਵੀ ਦੇਵਤੇ ਜਿਹੜੇ ਨੇ ਸੱਚੀ ਮੁੱਚੀ ਸਾਡੇ ਤੋਂ ਤਾਂ ਫਿਰ ਇਦਾਂ ਦੇ ਬਣਿਆ ਨਹੀਂ ਜਾਣਾ। ਅਸੀਂ ਕੀ ਲੈਣਾ ਇਹਨਾਂ ਤੇ ਸਾਡੇ ਵਾਲੇ ਬੰਦਿਆਂ ਨੂੰ ਜਿਹੜਾ ਬੁਖਾਰ ਇਹ ਚੜਿਆ ਹੋਇਆ ਵੀ ਵੇਖੋ ਜੀ ਸਾਰੇ ਇੱਕੋ ਜਿਹੇ ਆ, ਸਾਨੂੰ ਗੁਰੂ ਸਾਹਿਬ ਜੀ ਨੇ ਇਦਾਂ ਬਣਾਇਆ। ਮੈਂ ਵੀ ਇਹ ਗੱਲ ਬੜੀ ਵਾਰ ਕਰਦਾ, ਪਰ ਉਹਦਾ ਮਤਲਬ ਇਹ ਜ਼ਰੂਰ ਸਮਝਿਓ ਵੀ ਉਸ ਮਿੱਥ ਦੀਆਂ ਐਗਜ਼ਾਮਪਲਸ ਜਿਹੜੀਆਂ ਬਾਣੀ ਵਿੱਚ ਵਰਤੀਆਂ ਨੇ ਉਹਨਾਂ ਨੂੰ ਸਿਰਫ ਐਗਜ਼ਾਮਪਲ ਦੇ ਰੂਪ ਵਿੱਚ ਲਿਆ ਜਾਏ, ਸਿਰਫ ਉਦਾਹਰਨਾਂ ਮੰਨਿਆ ਜਾਏ, ਉਹਨਾਂ ਨੂੰ ਸੱਚ ਨਾ ਮੰਨਿਆ ਜਾਏ। ਅੱਗੇ ਜਾ ਕੇ ਸੱਚ ਦੀ ਗੱਲ ਗੁਰੂ ਸਾਹਿਬ ਇਸੇ ਅਸ਼ਟਪਦੀ 'ਚ ਹੀ ਕਰਨਗੇ। ਖੈਰ ਕਹਿੰਦੇ ਇਹ ਤਾਂ ਇੱਦਾਂ ਆ ਵੀ ਜਿਸ ਤਰ੍ਹਾਂ ਦੀ ਤੁਸੀਂ ਮਨਸ਼ਾ ਰੱਖੋਗੇ ਨਾ, ਜਿਹੋ ਜਿਹੇ ਤੁਹਾਡੇ ਖਿਆਲ ਹੋਣਗੇ। ਮੰਨ ਲਓ ਜਿਹੜਾ ਬੰਦਾ ਪਾਪੀ ਹੈ ਉਹਨੇ ਦਿਨ ਰਾਤ ਸੋਚਣਾ ਹੀ ਪਾਪ ਕਮਾਉਣ ਬਾਰੇ ਹੈ, ਉਹਨੇ ਰਾਹ ਵੀ ਉਦਾਂ ਦੇ ਹੀ ਲੱਭਣੇ ਨੇ, ਉਹਨੇ ਦੋਸਤ ਵੀ ਉਦਾਂ ਦੇ ਬਣਾਉਣੇ ਆ, ਉਹਦੀ ਸੁਸਾਇਟੀ ਵੀ ਉਦਾਂ ਦੀ ਹੋਣੀ, ਉਹਦੇ ਮੋਬਾਈਲ 'ਚ ਨੰਬਰ ਵੀ ਉਦਾਂ ਦੇ ਬੰਦਿਆਂ ਦੇ ਫੀਡ ਹੋਣੇ ਆ, ਉਹਦਾ ਸਰਕਲ ਵੀ ਉਦਾਂ ਦਾ ਹੀ ਹੋਣਾ ਹੈ, ਉਹਦੀ ਸਾਂਝ ਵੀ ਉਹੋ ਜਿਹੇ ਬੰਦਿਆਂ ਨਾਲ ਹੀ ਹੋਣੀ ਹੈ, ਕਿਉਂਕਿ ਬਾਕੀ ਬੰਦਿਆਂ ਨਾਲ ਤੇ ਉਹ ਸਾਂਝ ਬਣਾਉਣੀ ਨਹੀਂ ਚਾਹੁੰਦਾ। ਗੁਰੂ ਸਾਹਿਬ ਜੀ ਕਹਿੰਦੇ ਜਿਹੜਾ ਬੰਦਾ ਰੱਬ ਦੇ ਸਿਧਾਂਤ ਨਾਲੋਂ ਟੁੱਟ ਗਿਆ ਉਹਨੂੰ ਟੁੱਟੇ ਹੀ ਬੰਦੇ ਚੰਗੇ ਲੱਗਦੇ ਨੇ, ਉਹਨਾਂ ਨਾਲ ਹੀ ਸਾਂਝ ਰੱਖਦਾ ਆ ਤੇ ਨਿਤਾ ਪ੍ਰਤੀ ਉਹ ਆਪ ਕੁਰਾਏ ਪੈਂਦਾ ਰਹਿੰਦਾ ਤੇ ਬਾਕੀ ਸਮਾਜ ਨੂੰ ਵੀ ਕੁਰਾਏ ਪਾਉਂਦਾ। ਐਸੀ ਐਗਜ਼ਾਮਪਲ ਇੱਕ ਹਿੰਦੂ ਮਿਥੋਲੋਜੀ ਦੇ ਮਿੱਥ ਵਿੱਚ ਵੀ ਜ਼ਿਕਰ ਆਉਂਦਾ, ਜਿਹਦੇ ਵਿੱਚ ਸਾਰਾ ਕੁਝ ਇਸ ਤਰ੍ਹਾਂ ਦਾ ਤੁਹਾਨੂੰ ਵਿਆਖਿਆ ਕਰਕੇ ਦਿਸਦਾ ਆ ਔਰ ਉਹਨਾਂ ਦੇ ਇਤਿਹਾਸ ਵਿੱਚ ਲਿਖੀਆਂ ਨੇ ਗੱਲਾਂ। ਸਾਡੇ ਵਾਲੇ ਬੰਦੇ ਜਿਹੜਾ ਸਾਡਾ ਹੁਣ ਅਸੀਂ ਬਾਣੀ ਨੂੰ, ਹਾਲਾਂਕਿ ਇਹਨਾਂ ਸ਼ਬਦਾਂ ਨੂੰ ਬਹੁਤ ਬਰੀਕੀ ਨਾਲ ਸਮਝਣ ਦੀ ਲੋੜ ਹੈ। ਪਤਾ ਨਹੀਂ ਜਦੋਂ ਅਸੀਂ ਇਕੱਲੀ ਵਿਆਖਿਆ ਕਰਦੇ, ਕਈ ਸ਼ਬਦ ਬਾਣੀ ਦੇ ਇਸ ਤਰ੍ਹਾਂ ਦੇ ਆ ਜਿਨ੍ਹਾਂ ਤੇ ਡਿਸਕਸ਼ਨ ਹੋਣੀ ਚਾਹੀਦੀ ਹੈ, ਚਰਚਾ ਹੋਣੀ ਚਾਹੀਦੀ ਹੈ। ਹੁਣ ਹੋ ਸਕਦਾ ਤੁਹਾਡੇ ਕਿਸੇ ਦੇ ਮਨ ਵਿੱਚ ਕੋਈ ਗੱਲ ਆਉਂਦੀ ਹੋਵੇ, ਸਵਾਲ ਆਉਂਦਾ ਹੋਵੇ, ਪਰ ਗੱਲ ਇਹ ਹੈ ਵੀ ਕਥਾ ਦਾ ਰੂਟੀਨ ਇੱਦਾਂ ਦਾ ਹੈ ਵੀ ਸਿਰਫ ਤੁਸੀਂ ਸੁਣ ਹੀ ਸਕਦੇ ਹੋ, ਤੁਸੀਂ ਆਪਣੀ ਗੱਲ ਨਹੀਂ ਕਰ ਸਕਦੇ। ਪਰ ਜੇ ਕੋਈ ਸਵਾਲ ਇੱਦਾਂ ਦਾ ਮਨ ਵਿੱਚ ਆਵੇ ਤਾਂ ਜ਼ਰੂਰ ਉਹ ਸਾਂਝਾ ਕੀਤਾ ਜਾ ਸਕਦਾ। ਗੁਰੂ ਸਾਹਿਬ ਜੀ ਕਹਿੰਦੇ ਇਹ ਹੈ ਬੰਦੇ ਦੀ ਮਨਸ਼ਾ, ਜਿਹੋ ਜਿਹਾ ਬੰਦਾ ਆਪਣੇ ਮਨ ਵਿੱਚ ਖਿਆਲ ਬਣਾਉਂਦਾ ਆ ਉਹੋ ਜਿਹੀ ਸੁਸਾਇਟੀ, ਉਹੋ ਜਿਹੇ ਲੋਕਾਂ ਵਿੱਚ ਉਹਦਾ ਰਹਿਣ ਸਹਿਣ ਰਹਿੰਦਾ। ਐਸਾ ਹਿੰਦੂ ਮਿਥਿਹਾਸ ਵਿੱਚ ਵੀ ਲਿਖਿਆ। ਫਿਰ ਅਗਲੀ ਉਦਾਹਰਣ ਦਿੰਦੇ, ਕਹਿੰਦੇ ਤਿੰਨ ਹਰੀ ਚੰਦ ਪ੍ਰਿਥਵੀ ਪਤ ਰਾਜੈ ਕਾਗਦ ਕੀਮ ਨਾ ਪਾਈ। ਹਰੀ ਚੰਦ ਰਾਜਾ ਇੱਕ ਜਿਹਦੀ ਮਿੱਥ ਵਿੱਚ ਐਗਜ਼ਾਮਪਲ ਹੈ ਵੀ ਇਹ ਬਹੁਤ ਪੁੰਨਦਾਨ ਦੇ ਕੰਮ ਇਸ ਬੰਦੇ ਨੇ ਕੀਤੇ ਸਨ ਤੇ ਇਹਨੂੰ ਇਸ ਪੁੰਨਦਾਨ ਦੇ ਬਦਲੇ ਮੰਡੀ ਵਿੱਚ ਵਿਕਣਾ ਪਿਆ। ਤਿੰਨ ਹਰੀ ਚੰਦ ਪ੍ਰਿਥਵੀ ਪਤ ਰਾਜੈ ਕਾਗਦ ਕੀਮ ਨਾ ਪਾਈ। ਇਹਦੇ ਕੀਤੇ ਕੰਮਾਂ ਦੀ ਇੱਕ ਕਾਗਜ਼ ਜਿੰਨੀ ਵੀ ਕੀਮਤ ਨਹੀਂ ਪਈ। ਔਗੁਣ ਜਾਣੇ ਤਾਂ ਪੁੰਨ ਕਰੇ ਕਿਉਂ ਕਿਉਂ ਨਿਖਾਸ ਬਿਕਾਈ। ਜੇ ਇਹਨੂੰ ਪਤਾ ਹੁੰਦਾ ਵੀ ਇਹ ਮੇਰੇ ਕੀਤੇ ਕੰਮਾਂ ਦਾ ਕੋਈ ਫਲ ਨਹੀਂ ਪੈਣਾ, ਮੈਂ ਮੰਡੀ 'ਚ ਹੀ ਵਿਕਣਾ, ਮੇਰੀ ਕੀਮਤ ਕੋਈ ਨਹੀਂ ਪੈਣੀ, ਤੇ ਸ਼ਾਇਦ ਇਹ ਕੰਮ ਕਦੇ ਨਾ ਕਰਦਾ।
ਪਰ ਅਸੀਂ ਅੱਗੋਂ ਦੇ ਜੇ ਚੇਤੀਏ ਵਾਲੀ ਗੱਲ ਤਾਂ ਸਮਝਦੇ ਹੀ ਨਹੀਂ ਆ। ਨਾ ਪੁੰਨ ਪਾਪ ਦੀ ਕਹਾਣੀ ਅਜੇ ਤੱਕ ਸਿੱਖਾਂ ਨੂੰ ਸਮਝ ਲੱਗੀ ਹੈ, ਨਾ ਹਿੰਦੂ ਮਿਥਿਓਲੋਜੀ 'ਚ ਸਮਝ ਲੱਗੀ ਹੈ। ਸਿੱਖ ਵੀ ਪਾਪ ਤੇ ਪੁੰਨ ਸਾਨੂੰ ਸਪਸ਼ਟ ਨਹੀਂ ਹੈ, ਸਾਨੂੰ ਨਹੀਂ ਪਤਾ ਪਾਪ ਕੀ ਹੈ। ਹਾਲਾਂਕਿ ਅਸੀਂ ਜਿਨ੍ਹਾਂ ਨੂੰ ਪਾਪ ਮੰਨਦੇ ਹਾਂ, ਜਿਨ੍ਹਾਂ ਨੂੰ ਪੁੰਨ ਮੰਨਦੇ ਹਾਂ, ਸ਼ਾਇਦ ਗੁਰਮਤ ਉਹਨਾਂ ਨੂੰ ਨਾ ਪਾਪ ਮੰਨਦੀ ਹੈ ਤੇ ਨਾ ਉਹਨਾਂ ਨੂੰ ਪੁੰਨ ਮੰਨਦੀ ਹੈ। ਅਸੀਂ ਪਾਪ ਪੁੰਨ ਵੀ ਕਿਸੇ ਦੂਜੇ ਦੇ ਚੁੱਕ ਕੇ ਆਪਣੇ ਵਿਹੜੇ 'ਚ ਲਿਆਂਦੇ ਨੇ ਤੇ ਉਹਨਾਂ ਨੂੰ ਹੀ ਮੰਨਦੇ ਆ। ਜਪਜੀ ਸਾਹਿਬ 'ਚ ਜ਼ਿਕਰ ਆਉਂਦਾ, ਪੁੰਨੀ ਪਾਪੀ ਆਖਣ ਨਾਹੇ, ਕਰ ਕਰ ਕਰਨਾ ਲਿਖ ਲੈ ਜਾਹੋ। ਪੁੰਨ ਤੇ ਪਾਪ ਆਖਣ ਦਾ ਵਿਸ਼ਾ ਨਹੀਂ ਹੈ, ਇਹ ਕਰਨ ਦਾ ਵਿਸ਼ਾ ਹੈ। ਪੁੰਨ ਵੀ ਕਮਾ ਰਹੇ ਹੋ ਤੇ ਪਾਪ ਵੀ ਕਮਾ ਰਹੇ ਹੋ, ਇਹ ਡਿਪੈਂਡ ਕਰਦਾ ਤੁਹਾਡੇ ਤੇ। ਪੁੰਨੀ ਪਾਪੀ ਆਖਣ ਨਾਹੇ, ਆਖਣ ਦਾ ਵਿਸ਼ਾ ਨਹੀਂ ਹੈ। ਜਿਵੇਂ ਅੱਜ ਕਈ ਬੰਦੇ ਕਹਿੰਦੇ ਮੈਂ ਪੁੰਨ ਕੀਤਾ ਫਲਾਣੇ ਬੰਦੇ ਨੂੰ ਪਾਣੀ ਪਿਆਤਾ, ਮੈਂ ਪੁੰਨ ਕੀਤਾ ਫਲਾਣੇ ਬੰਦੇ ਨੂੰ ਜਲ ਛਕਾਇਆ, ਮੈਂ ਪੁੰਨ ਕੀਤਾ ਮੈਂ ਗੁਰਦੁਆਰੇ ਰੁਮਾਲਾ ਚੜਾਤਾ, ਮੈਂ ਪੁੰਨ ਕੀਤਾ ਉੱਥੇ ਲੰਗਰ 'ਚ ਸੇਵਾ ਪਾਤੀ, ਮੈਂ ਇੱਦਾਂ ਦੇ ਬਹੁਤ ਪੁੰਨ ਕਰਦਾ। ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਕਹਿੰਦੇ ਸਭ ਤੋਂ ਵੱਡਾ ਪੁੰਨ ਇਹ ਹੈ ਵੀ ਤੂੰ ਬੰਦਾ ਬਣ ਕੇ ਧਰਤੀ ਤੇ ਵਿਚਰ। ਜੇ ਤੂੰ ਬੰਦਾ ਬਣ ਕੇ ਧਰਤੀ ਤੇ ਨਹੀਂ ਵਿਚਰਦਾ, ਲੋਕਾਂ ਦਾ ਵਿਸ਼ਵਾਸ ਬੰਦੇ ਤੋਂ ਉੱਠ ਗਿਆ ਨਾ, ਤੇ ਸਭ ਤੋਂ ਵੱਡਾ ਪਾਪ ਇਹ ਹੈ। ਪੁੰਨ ਵੀ ਇਹ ਹੈ ਤੂੰ ਬੰਦਾ ਬਣ, ਤੇ ਪਾਪ ਵੀ ਇਹ ਹੈ ਤੂੰ ਬੰਦਾ ਨਹੀਂ ਬਣਿਆ। ਅੱਜ ਤੁਸੀਂ ਜਦੋਂ ਧਿਆਨ ਨਾਲ ਵੇਖੋਗੇ ਨਾ, ਤੇ ਸ਼ਾਇਦ ਇੰਨੇ ਵਿਗਾੜ, ਇੰਨੀਆਂ ਮੁਸ਼ਕਲਾਂ ਪਸ਼ੂ ਪੰਛੀਆਂ ਵਿੱਚ, ਜਾਨਵਰਾਂ ਵਿੱਚ, ਸੱਪ ਨੂੰ ਅਸੀਂ ਸਭ ਤੋਂ ਘਟੀਆ ਜਾਨਵਰ ਮੰਨਦੇ ਹਾਂ। ਪਰ ਗੁਰੂ ਸਾਹਿਬ ਜੀ ਦੀ ਬਾਣੀ ਕਹਿੰਦੀ ਸੱਪ ਵਿੱਚ ਵੀ ਜ਼ਹਿਰ ਇੰਨਾ ਕੀ ਹੁੰਦਾ ਵੀ ਇੱਕੋ ਵਾਰੀ ਬੰਦੇ ਨੂੰ ਲੜ ਸਕਦਾ, ਦੁਬਾਰਾ ਸੱਪ ਲੜੇ ਉਹਦਾ ਜ਼ਹਿਰ ਨਹੀਂ ਚੜ੍ਹਦਾ। ਸੱਪ 'ਚ ਇੰਨਾ ਕੀ ਜ਼ਹਿਰ ਹੁੰਦਾ, ਦੁਬਾਰਾ ਉਹਨਾਂ ਜ਼ਹਿਰ ਇਕੱਠਾ ਕਰਨ ਲਈ ਕਈ ਦਿਨ ਲੱਗਦੇ ਉਹਨੂੰ। ਜੇ ਇੱਕ ਵਾਰ ਸੱਪ, ਜਿਹੜੇ ਤੁਹਾਡੇ 'ਚੋਂ ਸਮਝ ਰੱਖਦੇ ਆ ਨਾ, ਜਿਹੜੇ ਡਿਸਕਵਰੀ ਜਾਣਦੇ ਨੇ, ਡਿਸਕਵਰੀ ਚੈਨਲ ਵਗੈਰਾ ਨਾਲ ਸੰਬੰਧ ਹੈ ਜਿਨ੍ਹਾਂ ਦਾ, ਜਿਹੜੇ ਨਾ ਸਾਰੀ ਸੱਪ ਇੱਕ ਵਾਰ ਲੜ ਜਾਏ ਉਹਦੇ ਤੋਂ ਬਾਅਦ ਭਾਵੇਂ 4 ਡੰਗ ਮਾਰਦੇ ਸੱਪ ਤੁਹਾਨੂੰ ਜ਼ਹਿਰ ਨਹੀਂ ਚੜ੍ਹਦਾ, ਕਿਉਂਕਿ ਉਹਦੇ 'ਚ ਜਿਹੜਾ ਜ਼ਹਿਰ ਦਾ ਛਾਲਾ ਹੈ ਉਹਨੂੰ ਜ਼ਹਿਰ ਇਕੱਠਾ ਕਰਨ ਲਈ ਬਹੁਤ ਲੰਮਾ ਸਮਾਂ ਲੱਗਦਾ। ਤੇ ਗੁਰੂ ਸਾਹਿਬ ਕਹਿੰਦੇ ਸੱਪ 'ਚ ਜ਼ਹਿਰ ਇੰਨਾ ਹੁੰਦਾ ਵੀ ਬੰਦੇ ਨੂੰ ਇੱਕ ਵਾਰ ਲੜਦਾ ਫਿਰ ਉਹਦੇ ਕੋਲ ਜ਼ਹਿਰ ਨਹੀਂ ਹੁੰਦਾ। ਬੰਦਿਆ ਤੂੰ ਤਾਂ ਸੱਪ ਵੀ ਫੇਲ ਕਰਤਾ, ਤੂੰ ਤਾਂ ਦਿਨ 'ਚ ਕਈ ਵਾਰ ਲੜ ਸਕਦਾ ਤੇ ਕਈ ਵਾਰ ਜ਼ਹਿਰ ਕਿਸੇ ਦੇ ਅੰਦਰ ਪੈਦਾ ਕਰ ਸਕਦਾ। ਤੇਰੇ 'ਚ ਤਾਂ ਸੱਪ ਨਾਲੋਂ 1000 ਗੁਣਾ ਵੱਧ ਜ਼ਹਿਰ ਹੈ। ਤਾਂ ਤੁਸੀਂ ਵੇਖੋ ਜਿਹੜਾ ਸੱਪ ਹੈ ਨਾ, ਜਦੋਂ ਬਾਣੀ 'ਚ ਐਗਜ਼ਾਮਪਲ ਦਿੱਤੀ ਸੱਪ ਦੀ, ਤੇ ਹਮੇਸ਼ਾ ਇਹ ਕਿਹਾ ਵੀ ਸੱਪ ਚੰਦਨ ਦੇ ਦੁਆਲੇ ਰਹਿੰਦਾ ਹੈ। ਚੰਦਨ ਠੰਡੀ ਚੀਜ਼ ਹੈ ਤੇ ਸੱਪ ਦੇ ਅੰਦਰ ਜਿਹੜਾ ਜ਼ਹਿਰ ਹੈ ਉਹਨੂੰ ਸਾੜਦਾ ਹੈ। ਗੁਰੂ ਸਾਹਿਬ ਕਹਿੰਦੇ ਵੀ ਸੱਪ ਦੇ ਅੰਦਰਲਾ ਥੋੜ੍ਹਾ ਜਿਹਾ ਜ਼ਹਿਰ ਜੇ ਉਸ ਸੱਪ ਨੂੰ ਇੰਨਾ ਪਰੇਸ਼ਾਨ ਕਰਦਾ ਵੀ ਉਹਨੂੰ ਹਮੇਸ਼ਾ ਚੰਦਨ ਦੇ ਆਲੇ ਦੁਆਲੇ ਵਲੇਟਾ ਮਾਰ ਕੇ ਰਹਿਣਾ ਪੈਂਦਾ, ਬੰਦਿਆ ਤੇਰੇ ਅੰਦਰ ਜਿਹੜਾ ਇੰਨਾ ਜ਼ਹਿਰ ਹੈ, ਅੰਦਾਜ਼ਾ ਲਾ ਵੀ ਤੈਨੂੰ ਕਿੰਨਾ ਤੰਗ ਕਰਦਾ ਹੋਏਗਾ। ਤੂੰ ਤਾਂ ਠੰਡ ਦੇ ਸੋਮੇ ਲਾਗੇ ਜਾਂਦਾ ਹੀ ਨਹੀਂ ਨਾ, ਤੈਨੂੰ ਤਾਂ। ਤੇ ਬਾਣੀ 'ਚ ਐਵੇਂ ਐਗਜ਼ਾਮਪਲ ਵਰਤੀ, ਕਹਿੰਦੇ ਗੁਰ ਦਾਤਾ ਗੁਰ ਹਿਵੈ ਘਰ, ਗੁਰ ਦੀਪਕ ਤਿਹ ਲੋਏ। ਗੁਰੂ ਠੰਡ ਦਾ ਸੋਮਾ ਆ, ਜੇ ਅਸੀਂ ਇਹਦੇ ਕੋਲ ਆਈਏ, ਜਿਵੇਂ ਸੱਪ ਦਾ ਜ਼ਹਿਰ ਚੰਦਨ ਲਾਗੇ ਘਟ ਜਾਂਦਾ, ਇਵੇਂ ਬੰਦੇ ਦਾ ਜ਼ਹਿਰ ਗੁਰੂ ਦੀ ਸਿੱਖਿਆ ਨਾਲ ਘਟ ਜਾਂਦਾ। ਪਰ ਸਾਡਾ ਸਮਾਜ ਗੁਰੂ ਦੀ ਸਿੱਖਿਆ ਲੈਣੀ ਨਹੀਂ ਚਾਹੁੰਦਾ। ਗੁਰੂ ਸਾਹਿਬ ਜੀ ਨੂੰ ਤੇ ਸਿੱਖਿਆ ਬਲਕਿ ਅਸੀਂ ਦੇਣਾ ਚਾਹੁੰਦੇ ਹਾਂ, ਲੈਣਾ ਨਹੀਂ ਚਾਹੁੰਦੇ। ਅਸੀਂ ਦੱਸਣਾ ਚਾਹੁੰਦੇ ਹਾਂ ਜਿਹੜੇ ਉਲਟੇ ਕੰਮ, ਮਾਫ ਕਰਿਓ, ਅਸੀਂ ਟੋਟਲੀ ਸਿੱਖੀ ਦੀ ਵਿਚਾਰਧਾਰਾ ਖਤਮ ਕਰਤੀ ਹੈ। ਗੁਰੂ ਸਾਹਿਬ ਬਾਣੀ 'ਚ ਸਾਨੂੰ ਕਹਿੰਦੇ ਆ ਵੀ ਸਿੱਖ ਦਾ ਜੀਵਨ ਸਿੰਪਲ ਤੇ ਸਾਦਾ ਚਾਹੀਦਾ ਹੈ। ਐਂ ਲਿਖਿਆ ਨਾ ਬਾਣੀ 'ਚ, ਗੁਰੂ ਸਾਹਿਬ ਕਹਿੰਦੇ ਸਿੱਖ ਸਿੰਪਲ ਹੋਵੇ। ਸਿੰਪਲਸਿਟੀ ਬਹੁਤ ਸਮਝਾਈ ਬਾਣੀ ਦੇ ਅੰਦਰ। ਗੁਰੂ ਸਾਹਿਬ ਕਹਿੰਦੇ ਕਿਸੇ ਭੇਖ 'ਚ ਨਾ ਪਏ, ਕੋਈ ਵੱਖਰਾ ਅਡੰਬਰ ਕਰਨ ਦੀ ਲੋੜ ਨਹੀਂ, ਜੋ ਤੇਰੇ ਕੋਲ ਹੈ। ਅਸੀਂ ਇੰਨੇ ਤੇਜ਼ ਨਿਕਲੇ, ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਕਿਹਾ ਬਾਬਾ ਤੂੰ ਸਾਨੂੰ ਕਹਿਣਾ ਨਾ ਭੇਖ ਨਹੀਂ ਕਰਨਾ, ਜੇ ਤੈਨੂੰ ਵੀ ਅਸੀਂ ਮੈਚਿੰਗ ਨਾ ਕਰਾ ਛੱਡੀ ਫਿਰ ਦੱਸੀ ਤੂੰ, ਤੇਰੇ ਵੀ ਅਸੀਂ ਐਂ ਕਲਰ ਲੱਭ ਕੇ ਕਢਾਈਆਂ ਕਰਾ ਕੇ, ਜੇ ਅਸੀਂ ਐਂ ਰੁਮਾਲੇ ਨਾ ਚੜਾਏ ਵਧੀਆ ਕਢਾਈ ਵਾਲੇ, ਫਿਰ ਦੱਸੀ ਤੂੰ। ਸ਼ਾਇਦ ਗੁਰੂ ਸਾਹਿਬ ਦੀ ਇਹ ਲੋੜ ਨਹੀਂ ਹੈ, ਸ਼ਾਇਦ ਗੁਰੂ ਸਾਹਿਬ ਜੀ ਦੀ ਇਹ ਰਿਕੁਆਇਰਮੈਂਟ ਨਹੀਂ ਹੈ, ਸ਼ਾਇਦ ਗੁਰੂ ਸਾਹਿਬ ਇਹਦਾ ਇੱਛਾ ਨਹੀਂ ਰੱਖਦੇ। ਜਦੋਂ ਸਾਨੂੰ ਸਿੰਪਲ ਰਹਿਣ ਦੀ ਗੱਲ ਦੱਸਦੇ ਆ, ਸਾਡਾ ਬਾਬਾ ਨਾਨਕ ਆਪ ਸਿੰਪਲ ਰਹਿੰਦਾ ਆ, ਆਮ ਕਿਰਤੀਆਂ ਵਾਂਗਾ ਕੱਪੜੇ ਪਾ ਲੈਂਦਾ ਆ, ਆਮ ਕਿਰਤੀਆਂ ਵਾਂਗ ਹਲ ਵਾਹ ਲੈਂਦਾ ਆ, ਆਮ ਕਿਰਤੀਆਂ ਵਰਗਾ ਰਹਿਣ ਸਹਿਣ ਹੈ ਸਾਡੇ ਬਾਬੇ ਦਾ, ਤੇ ਸਾਰੇ ਜਗਤ ਨੂੰ ਵੀ ਕਿਰਤੀਆਂ ਵਰਗਾ ਰਹਿਣ ਸਹਿਣ। ਤੇ ਮਾਫ ਕਰਿਓ ਅੱਜ ਸਾਡਾ ਕਲਚਰ ਜਿਹੜਾ ਆ, ਅਸੀਂ ਜਿਹੜੇ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਇਹ ਗੱਲ ਸਮਝਾਉਣੀ ਸੀ, ਅਸੀਂ 2.5 3 ਲੱਖ ਦੇ ਰੁਮਾਲੇ ਉਸ ਗੁਰੂ ਗ੍ਰੰਥ ਸਾਹਿਬ ਤੇ ਚੜਾ ਰਹੇ ਹਾਂ, ਤੇ ਉਹਦੀ ਇੱਕ ਗੱਲ ਨਹੀਂ ਮੰਨ ਰਹੇ। ਇੱਕ ਗੱਲ
ਇਹਦਾ ਮਤਲਬ ਸਿੱਧਾ ਇਹ ਹੁੰਦਾ ਵੀ ਬਾਬਾ ਸੁਣਨੀ ਇੱਕ ਨਹੀਂ ਤੇਰੀ, ਆਪਣੀ ਮਰਜ਼ੀ ਕਰਾਂਗੇ ਤੇਰੇ ਸਾਹਮਣੇ, ਇੱਕ ਨਹੀਂ ਸੁਣਨੀ ਤੇਰੀ। ਪਤਾ ਨਹੀਂ ਇਹ ਕਿੱਥੋਂ ਟ੍ਰੈਂਡ ਆਇਆ ਸਾਡੇ ਵਿੱਚ, ਤੇ ਫਿਰ ਅਸੀਂ ਫੈਸ਼ਨ ਦੇ ਵਹਿਣ ਵਿੱਚ ਇੰਨਾ ਵਹਿ ਅਸੀਂ ਵੀ ਅਸੀਂ ਸਾਰੀਆਂ ਚੀਜ਼ਾਂ ਬਦਲ ਕੇ ਰੱਖਤੀਆਂ। ਖੈਰ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਔਗਣ ਜਾਣ, ਗੁਣਾਂ ਨੂੰ ਸਮਝ, ਗੁਣ ਇਕੱਠੇ ਕਰ, ਨਹੀਂ ਤੇ ਬਾਹਰੀ ਕੀਤੇ ਪੁੰਨ ਦਾਨ ਇਹ ਕੋਈ ਵੀ ਅਰਥ ਨਹੀਂ ਰੱਖਦੇ, ਕਾਗਜ਼ ਵਰਗੀ ਕੀਮਤ ਇਹਨਾਂ ਦੀ ਨਹੀਂ ਪੈਂਦੀ। ਕਰੋ ਅਢਾਈ ਧਰਤੀ ਮੰਗੀ, 52 ਰੂਪ ਬਹਾਨੇ। ਰਾਜਾ 52 ਜਿਹੜਾ ਬਲ ਰਾਜੇ ਕੋਲ ਆਇਆ ਵਿਸ਼ਨੂੰ ਦਾ ਰੂਪ ਧਾਰਨ ਕਰਕੇ, ਵਿਸ਼ਨੂੰ ਇਹ ਹਿੰਦੂ ਮਿਥੋਲੋਜੀ 'ਚ ਕਹਾਣੀ ਇੱਕ ਐਗਜ਼ਾਮਪਲ ਹੋਰ ਦਿੰਦੇ, ਕਹਿੰਦੇ ਵਿਸ਼ਨੂੰ ਭਗਵਾਨ ਰਾਜੇ ਬਲ ਕੋਲ ਆਇਆ ਵੌਣੇ ਦਾ ਰੂਪ ਧਾਰ ਕੇ, ਵੌਣਾ ਛੋਟੇ ਜਿਹੇ ਕੱਦ ਦਾ, ਤੇ ਆਣ ਕੇ ਕਰੋਂ ਅਢਾਈ ਧਰਤੀ ਮੰਗੀ, 2.5 ਕਰਮਾ ਧਰਤੀ ਮੰਗੀ ਉਹਦੇ ਤੋਂ ਆਪਣੀ ਕੁਟੀਆ ਬਣਾਉਣ ਵਾਸਤੇ। ਆਇਆ ਵੌਣੇ ਦਾ ਰੂਪ ਧਾਰਨ ਕਰਕੇ, ਐਗਜ਼ਾਮਪਲ ਹੈ। ਜਦੋਂ ਰਾਜੇ ਬਲ ਨੇ ਆਗਿਆ ਦੇਤੀ ਵੀ ਨਿੱਕਾ ਜਿਹਾ ਤੇ ਜਵਾਕ ਹੈਗਾ ਵੀ 2.5 ਕਰਮਾਂ ਕਿੱਡੀਆਂ ਕੁ ਹੋਣੀਆਂ ਇਹਦੀਆਂ, ਜਦੋਂ ਨੇ 2.5 ਕਰਮ ਦੀ ਆਗਿਆ ਦੇਤੀ, ਕਿਉਂ ਪਿਆਲ ਜਾਏ ਕਿਉਂ ਛਲੀਏ ਜੇ ਬਲ ਰੂਪ ਪਛਾਨੇ। ਫਿਰ ਕਹਿੰਦੇ ਰਾਜੇ ਨੇ, ਵਿਸ਼ਨੂੰ ਨੇ ਆਪਣਾ ਰੂਪ ਵਧਾ ਲਿਆ, ਆਪਣੇ ਸਰੀਰ ਦਾ ਕੱਦ ਵਧਾ ਲਿਆ, ਤੇ ਉਹਦੇ 2.5 ਕਰਮਾਂ ਦੇ ਵਿੱਚ ਸਾਰੇ ਰਾਜੇ ਬਲ ਦੀ ਧਰਤੀ ਆ ਗਈ। 2.5 ਕਰਮਾਂ 'ਚ ਸਾਰੇ ਰਾਜੇ ਬਲ ਦੀ ਧਰਤੀ ਆ ਗਈ। ਹੁਣ ਗੱਲ ਫਿਰ ਸਮਝਿਓ, ਐਗਜ਼ਾਮਪਲ ਹੈ ਉਹਨਾਂ ਦੀ। ਗੁਰੂ ਸਾਹਿਬ ਜੀ ਕਹਿੰਦੇ ਓਏ ਉਸ ਰਾਜੇ ਬਲ ਦੀਆਂ ਗੱਲਾਂ ਕਰਨ ਵਾਲਿਓ, ਕਿੰਨੇ ਬੰਦੇ ਆ ਜਿਹੜੇ ਤੁਹਾਡੇ ਕੋਲ ਰੂਪ ਧਾਰ ਕੇ ਆਉਂਦੇ ਆ, ਤੁਹਾਨੂੰ ਉਹਨਾਂ ਦੀ ਪਛਾਣ ਨਹੀਂ ਆਉਂਦੀ। ਜੇ ਉਹ ਸਮਝ ਲੈਂਦਾ ਤੇ ਛਲਿਆ ਨਾ ਜਾਂਦਾ ਕਦੀ। ਅਸੀਂ ਗੁਰੂ ਨੂੰ ਛਲਣਾ ਚਾਹੁੰਦੇ ਆ। ਅਸੀਂ ਕਿੰਨੇ ਰਿਸ਼ਤੇ ਆਪਣੇ ਬਾਹਰੀ ਰੂਪ ਨਾਲ ਛਲਣਾ ਚਾਹੁੰਦੇ ਆ। ਕਿੰਨਾ ਭੇਖ ਸਿੱਖ ਕਰਦਾ ਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਰਾਜਾ ਜਨਮੇਜਾ ਜੇ ਮਤੀ ਬਰਜ ਬਿਆਸ ਪੜਾਇਆ, 3 ਕਰ ਜਗ 18 ਘਾਏ, ਕਿਰਤ ਨਾ ਚੱਲੇ ਚਲਾਇਆ। ਜਨਮੇਜੇ ਰਾਜੇ ਨੇ ਤੋਂ ਪਾਪ ਹੋਇਆ, ਉਹਨੇ ਆਪਣੇ ਘਰ ਵਿੱਚ ਜੱਗ ਕੀਤਾ ਤੇ 18 ਬੰਦੇ ਸ਼ਰਾਪ ਦੇ ਕੇ ਕਤਲ ਕਰ ਦਿੱਤੇ। ਗਰੀਬ ਨਿਵਾਸ ਸੱਚੇ, ਸਿਰਫ ਐਗਜ਼ਾਮਪਲਸ ਦੋ, ਇਹ ਵੀ ਐਗਜ਼ਾਮਪਲ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਵਕਤ ਨਹੀਂ ਬਹੁਤਾ ਡਿਟੇਲ 'ਚ ਮੈਂ ਜਾਵਾਂ, ਗਣਤ ਨਾ ਗਣੀ ਹੁਕਮ ਪਛਾਣਾ, ਬੋਲੀ ਪਾਏ ਸੁਪਾਏ। ਇਹ ਸਾਰੀਆਂ ਗਿਣਤੀਆਂ ਮਿਣਤੀਆਂ ਛੱਡ ਕੇ ਜੇ ਸਾਨੂੰ ਗੁਰੂ ਦੀ ਗੱਲ ਸਮਝ ਲੱਗੇ, ਅਸੀਂ ਗੱਲ ਗੁਰੂ ਵਾਲੀ ਬੰਨੇ ਧਿਆਨ ਦੇ ਸਕੀਏ। ਜੋ ਕਿਛ ਵਰਤੈ ਤੁਧੈ ਸਲਾਹੀ, ਸਭ ਤੇਰੀ ਵਡਿਆਈ। ਕਿਤੇ ਸਾਨੂੰ ਇਹ ਸਮਝ ਲੱਗ ਜਾਏ ਵੀ ਅਸੀਂ ਮਾਲਕ ਦੀ ਵਡਿਆਈ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾ ਸਕੀਏ। ਛਲ ਕਰਨ ਵਾਲੇ ਬੰਦੇ, ਕਪਟ ਕਰਨ ਵਾਲੇ ਬੰਦੇ, ਇਸ ਤਰ੍ਹਾਂ ਦੇ ਬੇਪਰਤੀਤੇ ਬੰਦੇ ਸਾਨੂੰ ਸਮਝ ਵਿੱਚ ਆਉਣ। ਅਸੀਂ ਅਸਲੀ ਬਾਬੇ ਨਾਨਕ ਦੀ ਵਿਚਾਰਧਾਰਾ ਨੂੰ ਜਾਣੀਏ, ਗੁਰਮਤ ਦਾ ਅਸਲੀ ਕਨਸੈਪਟ ਸਾਨੂੰ ਸਮਝ ਲੱਗੇ। ਮਾਫ ਕਰਿਓ, ਅਸੀਂ ਸਾਰੇ ਦਾ ਸਾਰਾ ਗੁਰਮਤ ਦਾ ਕਨਸੈਪਟ ਬਦਲ ਕੇ ਰੱਖਤਾ। ਗੁਰਮਤ ਦੀ ਗੱਲ ਕੁਝ ਹੋਰ ਸੀ, ਅਸੀਂ ਕੁਝ ਹੋਰ ਗੱਲਾਂ ਲੋਕਾਂ ਦੇ ਖਾਨੇ ਵਿੱਚ ਪਾਈਆਂ। ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਤੋਂ ਟੋਟਲੀ ਡਿਫਰੈਂਟ ਵਿਚਾਰ। ਗੁਰੂ ਗ੍ਰੰਥ ਸਾਹਿਬ ਜਿਹੜੀ ਗੱਲ ਨਾਲ ਸਹਿਮਤ ਨਹੀਂ, ਉਹ ਗੱਲ ਗੁਰੂ ਦੀ ਗੋਦ ਵਿੱਚ ਸਿੱਖਾਂ ਨੂੰ ਸਮਝਾਈ ਜਾ ਰਹੀ ਹੈ। ਸਾਡੇ ਸਿੱਖ, ਕਿਉਂਕਿ ਅਸੀਂ ਸਾਰੇ ਆਪ ਬਾਣੀ ਪੜ੍ਹਨ ਵਾਲੇ ਨਹੀਂ ਆ, ਸਾਨੂੰ ਨਹੀਂ ਪਤਾ ਇਹਨਾਂ ਸਾਰੀਆਂ ਗੱਲਾਂ ਦਾ, ਅਸੀਂ ਤਾਂ ਕਰਕੇ ਉਹਦੇ ਤੋਂ ਛੇਤੀ ਪ੍ਰਭਾਵਿਤ ਹੋ ਜਾਂਦੇ ਆ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ, ਗੁਰਮੁਖ ਅਲਿਪਤ ਲੇਪ ਕਦੇ ਨਾ ਲੱਗੈ। ਜਿਹੜਾ ਗੁਰਮੁਖ ਹੈ ਨਾ, ਉੱਤੇ ਦੱਸੀਆਂ ਹੋਈਆਂ ਉਦਾਹਰਨਾਂ ਜਿਹੜੀਆਂ ਮੈਂ ਮਿੱਥ ਵਿੱਚੋਂ ਗੁਰੂ ਨਾਨਕ ਸਾਹਿਬ ਜੀ ਕਹਿ ਰਹੇ ਦੇ ਰਿਹਾ, ਇਹ ਗੁਰਮੁਖ ਦੀ ਜ਼ਿੰਦਗੀ 'ਚ ਕਦੀ ਇੱਦਾਂ ਨਹੀਂ ਵਾਪਰਦਾ। ਗੱਲ ਇਹ ਹੈ, ਹੁਣ ਨੁਕਤਾ ਗੁਰਮਤ ਦਾ ਗੁਰੂ ਸਾਹਿਬ ਜੀ ਸਾਂਝਾ ਕਰਦੇ, ਸਦਾ ਰਹਿ ਸ਼ਰਣਾਈ। ਜਿਹੜੇ ਸਦਾ ਹੀ ਗੁਰੂ ਦੀ ਸ਼ਰਨ ਵਿੱਚ ਰਹਿੰਦੇ ਆ। ਤੇ ਸ਼ਰਨ ਦੀ ਵਿਆਖਿਆ ਆਪਾਂ ਬੜੀ ਵਾਰ ਕੀਤੀ ਹੈ। ਸ਼ਰਨ ਦਾ ਅਰਥ ਗੁਰਦੁਆਰਾ ਨਹੀਂ, ਸ਼ਰਨ ਦਾ ਅਰਥ ਵਿਚਾਰ ਅਧੀਨ ਰਹਿਣਾ, ਗੁਰੂ ਦੇ ਵਿਚਾਰ ਮੁਤਾਬਕ ਚੱਲਣਾ। ਗੁਰੂ ਸਾਹਿਬ ਕਹਿੰਦੇ ਨਸ਼ਾ ਨਹੀਂ ਕਰਨਾ, ਪਰ ਇਹ ਪਤਾ ਨਹੀਂ ਕਿਹਨੇ ਕਹਿਤਾ ਵੀ ਗੁਰਦੁਆਰੇ ਨਹੀਂ ਕਰਨਾ। ਗੁਰੂ ਸਾਹਿਬ ਇਹ ਕਹਿੰਦੇ ਨਸ਼ਾ ਨਹੀਂ ਕਰਨਾ, ਬਸ ਇੰਨਾ ਲਿਖਿਆ। ਇਹ ਅਸੀਂ ਵਿਆਖਿਆ ਕਰ ਲਈ ਵੀ ਗੁਰਦੁਆਰੇ ਨਸ਼ਾ ਕਰਕੇ ਨਹੀਂ ਜਾਣਾ ਚਾਹੀਦਾ। ਮੈਂ ਨਸ਼ਾ ਕੀਤਾ, ਮੈਂ ਗੁਰਦੁਆਰੇ ਨਹੀਂ ਜਾਣਾ। ਮੈਂ ਅੱਜ ਨਸ਼ਾ ਕਰ ਲਿਆ, ਸਵੇਰੇ ਨਹਾ ਕੇ ਗੁਰਦੁਆਰੇ। ਇਹ ਤੇਰੀ ਵਿਆਖਿਆ ਆ, ਇਹ ਤੂੰ ਚਲਾਕੀ ਕਰ ਰਿਹਾ ਆ। ਗੁਰਮਤ 'ਚ ਇਦਾਂ ਨਹੀਂ ਲਿਖਿਆ। ਗੁਰਮਤ 'ਚ ਇਦਾਂ ਲਿਖਿਆ, ਜਿਤ ਪੀਤੇ ਮਤ ਦੂਰ ਹੋਏ। ਬਸ ਇਹ ਤਾਂ ਲਿਖਿਆ ਹੀ ਨਹੀਂ ਕਿੱਥੇ ਜਾਂ ਕਿੱਥੇ ਨਹੀਂ। ਇਹ ਤਾਂ ਅਸੀਂ ਚਲਾਕੀ ਕੀਤੀ ਨਾ ਵੀ ਅਖੰਡ ਪਾਠ ਰੱਖ ਲਓ, ਭੋਗ ਤੇ ਨਹੀਂ ਪੀਣੀ, 4 ਦਿਨ ਬਾਅਦ 'ਚ ਪੀ ਲਾਂਗੇ, ਕਿਉਂਕਿ ਭੋਗ 4 ਦਿਨ ਵਿਆਹ ਤੋਂ ਪਹਿਲਾਂ ਪਾ ਲਓ।
ਕਿਉਂਕਿ ਜੇ ਭੋਗ ਤੇ ਪਾਈ ਫਿਰ ਰੌਲਾ ਪਾਉਣਗੇ ਬੰਦੇ ਤੇ। ਅੱਜ ਇਦਾਂ ਹੀ ਆ ਨਾ, ਆਨੰਦ ਕਾਰਜ ਵਿਆਹ ਦੇ ਤਾਂ ਹੀ ਗੁਰਦੁਆਰੇ ਹੋ ਰਹੇ ਨੇ ਨਾ, ਨਾਲੇ ਜਾਂ ਤਾਂ ਹੀ ਪਹਿਲਾਂ ਹੋ ਰਹੇ ਨੇ। ਉਹਨਾਂ ਨੂੰ ਪਤਾ ਵੀ ਵਿਆਹ ਤੇ ਤਾਂ ਪਿਆ ਹੀ ਨਹੀਂ ਜਾਣੀ, ਜੇ ਅਖੰਡ ਪਾਠ ਉਦੋਂ ਰੱਖਿਆ। ਇਸ ਕਰਕੇ ਬਾਬਿਆਂ ਵਾਲਾ ਕੰਮ ਹਫ਼ਤਾ ਪਹਿਲਾਂ ਹੀ ਨਿਬੇੜ ਦਿਓ, ਤਾਂ ਕਿ ਬਾਬਿਆਂ ਨੂੰ ਵਿਹਲੇ ਕਰਕੇ ਘਰ ਤੋਰੋ, ਫਿਰ ਅਸੀਂ ਆਪਣੀਆਂ ਮਰਜ਼ੀਆਂ ਕਰੀਏ। ਕਿਉਂਕਿ ਗੁਰੂ ਦੀ ਹਜ਼ੂਰੀ 'ਚ ਤੇ ਨਹੀਂ ਨਾ ਚੰਗਾ ਲੱਗਦਾ ਫਿਰ। ਉਹ ਨਹੀਂ ਭਾਈ, ਚੰਗਾ ਹੀ ਨਹੀਂ ਲੱਗਦਾ। ਬਸ ਗੁਰਮਤਿ ਦਾ ਕਨਸੈਪਟ ਇਹ ਹੈ। ਸਤਿਗੁਰੂ ਜੀ ਕਹਿੰਦੇ, ਮਨਮੁਖ ਮੁਗਧ ਆਗੈ ਚੇਤੈ ਨਾਹੀ, ਦੁੱਖ ਲਾਗੈ ਪਛਤਾਈ। ਮਨਮੁਖ ਬੰਦੇ ਦੀ ਮੁਸ਼ਕਲ ਇਹ ਹੈ, ਉਹ ਅੱਗੇ ਦੀ ਨਹੀਂ ਚੇਤਦਾ, ਉਹ 10 ਦਿਨ ਬਾਅਦ ਬਾਰੇ ਨਹੀਂ ਸੋਚਦਾ, ਉਹ ਆਉਣ ਵਾਲੀ ਪੀੜ੍ਹੀ ਬਾਰੇ। ਜਿਹੜੇ ਬੰਦੇ ਅੱਜ ਕਹਿੰਦੇ ਨਾ ਸਾਡੇ ਬੱਚੇ ਨਸ਼ਾ ਕਰਨ ਲੱਗ ਪਏ, ਉਹਨਾਂ ਨੂੰ ਪੁੱਛੋ ਵੀ ਤੁਸੀਂ ਕੀਤਾ? ਕਹਿੰਦੇ ਹਾਂ ਕਰਦੇ ਤੇ ਅਸੀਂ ਵੀ ਰਹੇ। ਫਿਰ ਜੇ ਤੁਸੀਂ ਕਰਦੇ ਰਹੇ ਹੋ, ਬੱਚਿਆਂ ਨੇ ਵੀ ਕਰਨਾ ਹੀ ਹੈ। ਫਿਰ ਨਵਾਂ ਕੰਮ ਕੀ ਹੋਇਆ ਇਹਦੇ 'ਚ? ਇਹ ਕਹੋ ਨਾ ਵੀ ਅਚਾਨਕ ਵਾਪਰ ਗਈ ਗੱਲ, ਅਚਾਨਕ ਥੋੜੀ ਤੁਸੀਂ ਆਪ ਕਰਦੇ ਹੋ ਤੇ ਬੱਚੇ ਵੀ ਕਰਦੇ ਨੇ। ਜਿਹੜੇ ਬੰਦੇ ਕਹਿੰਦੇ ਵੀ ਸਾਡੇ ਬੱਚੇ ਸਾਡੀ ਸੁਣਦੇ ਨੇ, ਉਹਨਾਂ ਨੂੰ ਪੁੱਛੋ ਵੀ ਤੁਸੀਂ ਸੁਣਦੇ ਹੁੰਦੇ ਸੀ ਆਪਣੇ ਮਾਂ ਪਿਓ ਦੀ? ਨਹੀਂ, ਅਸੀਂ ਵੀ ਨਹੀਂ ਸੀ ਸੁਣਦੇ। ਫਿਰ ਤਾਂ ਤੁਸੀਂ ਨਹੀਂ ਸੁਣਦੇ, ਤੁਹਾਡੇ ਕਿਉਂ ਸੁਣਨਗੇ? ਇਹ ਤਾਂ ਇਦਾਂ ਹੀ ਚੱਲਣਾ ਹੈ ਨਾ ਕੰਮ। ਫਿਰ ਇਹ ਤਾਂ ਪ੍ਰਕਰਣ ਐਂ ਹੀ ਚੱਲੇਗਾ। ਫਿਰ ਤਾਂ ਹੀ ਗੁਰੂ ਸਾਹਿਬ ਜੀ ਕਹਿੰਦੇ ਨਾ, ਅੱਗੋਂ ਦੇ ਜੇ ਚੇਤੀ ਹੈ। ਜਿਵੇਂ ਸਵੇਰੇ ਗੱਲ ਚੱਲੀ ਸੀ ਮਾਵਾਂ ਦੀ, ਤੁਸੀਂ 13-14 ਸਾਲ ਤੱਕ ਤੇ ਬੱਚੇ ਨੂੰ ਮਾਂ ਸੰਭਾਲ ਸਕਦੀ ਹੈ ਜੀ। ਕੋਈ ਵੀ ਮੁਲਕ ਹੋਵੇ, 12 ਸਾਲਾਂ ਤੱਕ ਬੱਚੇ ਮਰਜ਼ੀ ਨਹੀਂ ਕਰ ਸਕਦੇ, ਇਹ ਸਾਨੂੰ ਪਤਾ। 12-13 ਸਾਲਾਂ ਤੋਂ ਬਾਅਦ ਬੱਚੇ ਆਪਣੀਆਂ ਮਰਜ਼ੀਆਂ ਕਰਦੇ ਆ। ਉਹਦੇ ਤੋਂ ਪਹਿਲਾਂ ਬੱਚੇ ਮਰਜ਼ੀ ਕਰਦੇ ਹੋਣਗੇ ਖੇਡਣ ਲਈ, ਮੋਬਾਈਲ ਲਈ, ਇੰਨੀਆਂ ਕੁ ਮਰਜ਼ੀਆਂ ਬੱਚੇ ਕਰਦੇ ਆ। ਪਰ ਕੇਸ ਕਟਾਉਣ ਬਾਰੇ ਇਹ ਡਿਸੀਜਨ ਬੱਚੇ 13 ਸਾਲ ਤੋਂ ਪਹਿਲਾਂ ਆਪ ਨਹੀਂ ਲੈ ਸਕਦੇ। ਇਹ ਡਿਸੀਜਨ ਮਾਂ ਦਾ ਆ, ਇਹ ਡਿਸੀਜਨ ਮਾਪਿਆਂ ਦਾ ਆ। ਕਿਉਂਕਿ ਮਾਂ ਨੂੰ ਲੱਗਦਾ ਵੀ ਕੌਣ ਸਵੇਰੇ ਉੱਠ ਕੇ ਅੱਧਾ ਘੰਟਾ ਇਹਨਾਂ ਨੂੰ ਸਕੂਲ ਜਾਣ ਤੋਂ ਪਹਿਲਾਂ ਕੇਸ ਵਾਵੇ, ਇਹਨਾਂ ਦੇ ਜੂੜਾ ਕਰੇ। ਉਹ ਤਿਆਰੀ ਕਰਨੀ ਪੈਂਦੀ ਹੈ ਬਹੁਤ, ਮਾਂ ਨੂੰ ਟਾਈਮ ਬਹੁਤ ਦੇਣਾ ਪੈਣਾ। ਔਰ ਉਹਦੇ ਵਾਸਤੇ ਮਾਂ ਨੂੰ ਆਪਣੇ ਬੱਚਿਆਂ ਲਈ ਵਕਤ ਦੇਣ ਵਾਸਤੇ ਬਹੁਤ ਮਿਹਨਤ ਕਰਨੀ ਪੈਣੀ ਹੈ। ਤੇ ਵਕਤ ਅਸੀਂ ਦੇਣਾ ਨਹੀਂ ਚਾਹੁੰਦੇ ਹੁੰਦੇ। ਵਕਤ ਇਹਨਾਂ ਮੁਲਕਾਂ 'ਚ ਤੇ ਖਾਸ ਕਰਕੇ ਅਸੀਂ ਵਕਤ ਦੀ ਘਾਟ ਹੈ ਨਾ ਸਾਡੇ ਕੋਲ। ਦੌੜ ਲੱਗ ਗਈ, ਫਟਾਫਟ ਅਸੀਂ ਦੌੜ ਪਏ। ਤੇ ਗੁਰੂ ਸਾਹਿਬ ਜੀ ਕਹਿੰਦੇ ਇਹ ਤੈਨੂੰ ਸਮਝਣਾ ਪੈਣਾ ਭਾਈ। ਪਛਤਾਏਗਾ ਫਿਰ, ਜੇ ਪਹਿਲਾਂ ਚੇਤੇ ਕਰ ਲੈ ਫਿਰ ਪਛਤਾਉਣਾ ਨਹੀਂ ਪਏਗਾ। ਅਸੀਂ ਪਛਤਾ ਰਹੇ। ਔਰ ਤੁਸੀਂ ਵੇਖਿਓ ਆਉਣ ਵਾਲੇ 10-20 ਸਾਲਾਂ ਬਾਅਦ ਹੋਰ ਸਾਡਾ ਹਾਲ ਬਣਦਾ ਕੀ ਹੈ, ਅਸੀਂ ਜਾਣੇ ਕਿੱਧਰ ਨੂੰ ਆ। ਇਹ ਜੇ ਗੁਰਦੁਆਰਿਆਂ ਦੇ ਵਿੱਚ ਤੁਸੀਂ ਇਹ ਸੱਚੀ ਮੁੱਚੀ, ਮੈਨੂੰ ਇਹ ਸ਼ਬਦ ਬੜੇ ਪੱਥਰ ਰੱਖ ਕੇ ਹਿਰਦੇ ਤੇ ਬੋਲਣੇ ਪੈਂਦੇ ਆ। ਇਹਨਾਂ ਗੁਰਦੁਆਰਿਆਂ 'ਚ ਸਿਰਫ ਤੁਸੀਂ ਬਜ਼ੁਰਗ ਹੀ ਦਿਸਦੇ ਹੋ। ਇੱਥੇ ਕੋਈ ਜਵਾਨੀ ਆ ਕੇ ਰਾਜੀ ਨਹੀਂ, ਤੇ ਉਹਨਾਂ ਨੇ ਆਉਣਾ ਵੀ ਨਹੀਂ। ਤੇ ਗਾਂ ਉਹਨਾਂ ਦੀ ਤੀਜੀ ਪੀੜ੍ਹੀ ਨੇ ਤਾਂ ਮੱਥਾ ਵੀ ਨਹੀਂ ਟੇਕਣਾ ਗੁਰਦੁਆਰੇ। ਤੁਸੀਂ ਮਤਾ ਪ੍ਰਕਾਸ਼ ਕਰਕੇ ਬੈਠੇ ਰਹੋ, ਕਰਿਆ ਕਰਨਗੇ ਹੁਣ ਵੀ ਹੈ। ਸਵੇਰੇ ਆਸਾ ਦੀ ਵਾਰ ਜਦੋਂ ਕੀਰਤਨ ਵਾਲੇ ਵੀਰ ਕਰਦੇ ਨੇ, ਕੌਣ ਸੁਣਦਾ ਹੁੰਦਾ? ਉਹ ਆਪੇ ਹੀ ਸੁਣਦੇ ਨੇ, ਆਪੇ ਹੀ ਕਰਦੇ ਨੇ, ਕੋਈ ਵੀ ਨਹੀਂ ਹੁੰਦਾ। ਪ੍ਰਕਾਸ਼ ਵੇਲੇ ਕੌਣ ਹੁੰਦਾ? ਸੋ ਅਸੀਂ ਸਾਰੇ ਦਾ ਸਾਰਾ ਸਿਲਸਿਲਾ, ਜਦੋਂ ਅਸੀਂ ਸੁਚੇਤ ਨਹੀਂ ਆ ਨਾ ਆਉਣ ਵਾਲੇ ਸਮੇਂ ਵਾਸਤੇ, ਸਾਡੇ ਬੱਚਿਆਂ ਪ੍ਰਤੀ ਅਸੀਂ ਸੁਹਿਰਦ ਨਹੀਂ ਆ, ਤੇ ਇਹ ਸਾਰਾ ਕੁਝ ਵਾਪਰਨਾ ਆ ਸਾਡੇ ਨਾਲ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਰਹਿਮਤ ਕਰਦੇ, ਕਹਿੰਦੇ ਆਪੇ ਕਰੇ ਕਰਾਏ ਕਰਤਾ, ਜਿਨ ਇਹ ਰਚਨਾ ਰਚੀ ਹੈ। ਕਰਤਾ ਉਹ ਆਪ ਹੈ, ਤੇ ਉਹ ਕਰਤਾ ਤੇਰੇ ਅੰਦਰ ਬੈਠਾ, ਕ੍ਰੀਏਟ ਕੀਤਾ ਤੈਨੂੰ ਉਹਨੇ, ਤੇਰੇ ਵਿੱਚ ਦੀ ਹੀ ਸਾਰਾ ਕੁਝ ਕਰਨਾ, ਜ਼ਿੰਮੇਵਾਰੀ ਤੇਰੀ ਲਾਈ ਹੈ ਉਹਨੇ ਸੱਚੇ ਪਾਤਸ਼ਾਹ ਜੀ ਨੇ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ, ਹਰ ਅਭਿਮਾਨ ਨਾ ਜਾਈ ਜੀਓ, ਅਭਿਮਾਨੇ ਪੈ ਪਚੀਐ। ਤੇਰੇ ਜ਼ਿੰਦਗੀ ਦੇ ਅੰਦਰੋਂ ਹੰਕਾਰ ਜਾਂਦਾ ਹੀ ਨਹੀਂ, ਤੂੰ ਤਾਂ ਹੰਕਾਰੀ ਬੰਦਾ ਹੈ, ਇਹਦੇ ਤੋਂ ਬਾਹਰ ਹੀ ਨਹੀਂ ਨਿਕਲਦਾ ਕਦੇ ਵਾਸਤੇ ਵੀ। ਸੱਚੇ ਪਾਤਸ਼ਾਹ ਜੀ ਕਹਿੰਦੇ, ਭੁੱਲਣ ਵਿੱਚ ਕੀਆ ਸਭ ਕੋਈ, ਕਰਤਾ ਆਪ ਨਾ ਭੁੱਲੈ। ਸਭ ਕੁਝ ਭੁੱਲ ਸਕਦਾ ਪਰ ਕਰਤਾ ਨਹੀਂ ਭੁੱਲਦਾ। ਤੇ ਕਰਤਾ ਕਿੱਥੇ ਰਹਿੰਦਾ ਹੈ ਜੀ? ਤੁਹਾਡੇ 'ਚ ਹੈ। ਫਿਰ ਆਪਾਂ ਨਹੀਂ ਭੁੱਲਦੇ, ਇਹਦਾ ਮਤਲਬ ਇਹ ਹੋਇਆ ਵੀ ਕਰਤਾ ਨਹੀਂ ਭੁੱਲਦਾ ਤੇ ਕਰਤੇ ਨਾਲ ਜੁੜਿਆ ਵੀ ਨਹੀਂ ਭੁੱਲਦਾ। ਤੇ ਜੇ ਅਸੀਂ ਗਲਤੀਆਂ ਕਰ ਰਹੇ ਹਾਂ ਤਾਂ ਮਤਲਬ ਕਰਤੇ ਨੂੰ ਨਹੀਂ ਪਛਾਣ ਸਕੇ ਅਸੀਂ ਆਪਣੇ ਆਪ ਵਿੱਚ। ਸੱਚੇ ਪਾਤਸ਼ਾਹ ਜੀ ਰਹਿਮਤ ਕਰਦੇ, ਨਾਨਕ ਸੱਚ ਨਾਮ ਨਿਸਤਾਰਾ, ਕੋ ਗੁਰ ਪ੍ਰਸਾਦ ਅਕੁੱਲੈ। ਨਾਨਕ ਜੀ ਕਹਿੰਦੇ ਆ, ਸੱਚੇ ਨਾਮ ਨਾਲ ਇਸ ਚੀਜ਼ ਦਾ ਨਿਸਤਾਰਾ ਹੋਣਾ। ਨਾਮ ਦਾ ਅਰਥ ਹੈ ਪ੍ਰਮਾਤਮਾ ਦੀ ਸਮਝ, ਪ੍ਰਮਾਤਮਾ ਦੇ ਗੁਣ, ਇਹਦੇ ਨਾਲ ਇਹ ਫੈਸਲਾ ਹੋਣਾ ਆ। ਕੋ ਗੁਰ ਪ੍ਰਸਾਦ ਅਕੁੱਲੈ, ਕੋਈ ਵਿਰਲਾ ਹੀ ਗੁਰੂ ਦੀ ਬਖਸ਼ਿਸ਼ ਦੇ ਨਾਲ, ਮਾਲਕ ਨਾਲ ਘੁਲਦਾ ਮਿਲਦਾ ਆ। ਨਹੀਂ ਤੇ ਇੱਥੇ ਆਉਣ ਵਾਲੇ ਬਹੁਤ ਨੇ, ਗੁਰੂ ਨਾਲ ਕੋਈ ਘੁਲ ਮਿਲਣ ਲਈ ਤਿਆਰ ਨਹੀਂ। ਘੁਲ ਮਿਲਣ ਦਾ ਅਰਥ ਹੁੰਦਾ ਇੱਕਮਿਕ ਹੋ ਜਾਣਾ, ਇੱਕਮਿਕ ਬਣ ਜਾਣਾ ਗੁਰੂ ਸਾਹਿਬ ਕੋਲ ਆਣ ਕੇ। ਕਿੰਨੇ ਕੁ ਅਸੀਂ ਗੁਰੂ ਕੋਲ ਆਣ ਕੇ ਇੱਕਮਿਕ ਹੁੰਦੇ ਆ? ਇਹ ਸਵੈ ਪੜਚੋਲ ਸਾਨੂੰ ਸਾਰਿਆਂ ਨੂੰ ਕਰਨ ਦੀ ਲੋੜ ਹੈ। ਅਸੀਂ ਆਪਣੇ ਆਪ ਨਾਲ ਗੱਲ ਕਰੀਏ, ਆਪਣੇ ਆਪ ਨੂੰ ਵਾਚੀਏ, ਤਾਂ ਸਾਡਾ ਜੀਵਨ ਉੱਚਾ ਤੇ ਸੁੱਚਾ ਬਣ ਸਕਦਾ। ਨਹੀਂ ਤਾਂ ਇਹ ਸ਼ਬਦ ਫਿਰ 1344 ਨੰਬਰ ਅੰਕ ਹੈ,
ਆਪ ਜਾ ਕੇ ਘਰ ਪੜ੍ਹਿਓ। ਸ਼ਬਦ ਦੇ ਪਹਿਲੇ ਹਿੱਸੇ ਵਿੱਚ ਸਮਾਜ ਦੀ ਵਿਥਿਆ ਤੇ ਸ਼ਬਦ ਦੇ ਅਖੀਰਲੇ ਹਿੱਸੇ ਵਿੱਚ ਸਾਡੀ ਵਿਥਿਆ, ਤੇ ਦੋਵਾਂ ਥਾਵਾਂ ਤੇ ਰਹਾਉ ਵਾਲਾ ਬੰਦ ਕੰਮ ਕਰੇਗਾ ਵੀ ਉਹ ਆਪ ਨਹੀਂ ਭੁੱਲਦਾ। ਤੇਰੀ ਮਰਜ਼ੀ ਹੈ ਭਾਈ, ਤੂੰ ਜਿਵੇਂ ਆਪਣੇ ਆਪ ਨੂੰ ਚਲਾਉਣਾ ਚਾਹੁੰਦਾ। ਗੁਰੂ ਮਿਹਰ ਕਰੇ ਸਾਨੂੰ ਬਾਣੀ ਦੀ ਰੌਸ਼ਨੀ ਵਿੱਚ ਸਮਝਣੀ ਆਵੇ। ਆਪਣੀ ਅਕਲ ਨਾਲ ਬਾਣੀ ਨਾ ਸਮਝੋ, ਬਾਣੀ ਦੀ ਰੌਸ਼ਨੀ ਨਾਲ ਸਮਝੋ, ਤਾਂ ਜੀਵਨ ਉੱਚਾ ਸੁੱਚਾ ਬਣੇਗਾ। ਸਭ ਦਾ ਧੰਨਵਾਦ, ਸ਼ੁਕਰਾਨਾ ਗੁਰੂ ਸਾਹਿਬ ਜੀ ਦਾ। ਆਓ ਪਿਆਰ ਸਹਿਤ ਗੱਜ ਕੇ ਫਤਿਹ ਬੁਲਾਓ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ।